स्टेटमेंट फिर पीके जी का वेलकम करते हैं और फिर कॉल भी ऑन देयर करने हैं। जी बिल्कुल युद्धवीर जी, बेसिकली ਅਸੀਂ ਅੱਜ ਵੇਟ ਕਰ ਰਹੇ ਹਾਂ 2 ਵਜੇ ਦੀ। 2 ਵਜੇ ਯੂਐਸ ਫੈਡ ਮਤਲਬ ਯੂਐਸ ਦੇ ਜਿਹੜੇ ਬੈਂਕ ਨੇ ਉਹਨਾਂ ਨੇ ਇੰਟਰਸਟ ਰੇਟ ਦੀ ਅਨਾਉਂਸਮੈਂਟ ਕਰਨੀ ਹੈ। ਸੋ ਮੰਨਿਆ ਜਾ ਰਿਹਾ ਹੈ ਕਿ ਉੱਥੇ ਵੀ 0.75 ਅੱਜ ਮਿਨੀਮਮ ਵਧੇਗਾ। 1% ਵੀ ਵੱਧ ਸਕਦਾ, ਲੇਕਿਨ 0.75 ਵਧਣ ਦੀ ਪੂਰੀ ਉਮੀਦ ਹੈਗੀ ਹੈ। ਸਾਡੀ ਜਿਹੜੀ ਇਨਫਲੇਸ਼ਨ ਆਈ ਸੀ ਉਹ ਹਲੇ ਵੀ ਐਲੀਵੇਟਡ ਹੈ। ਠੀਕ ਹੈ, ਥੋੜੀ ਜਿਹੀ ਘਟੀ ਹੈ 7% ਦੇ ਕਰੀਬ ਇੰਡੈਕਸ ਜਿਹੜਾ ਗਿਆ ਹੈ ਪ੍ਰਾਈਸ ਕੰਜ਼ਿਊਮਰ ਪ੍ਰਾਈਸ ਇੰਡੈਕਸ 7% ਦੇ ਕਰੀਬ ਅਗਸਤ ਦਾ ਜਿਹੜਾ ਅਗਸਟ ਟੂ ਅਗਸਟ ਇੱਕ ਸਾਲ ਦਾ ਵੇਖਿਆ ਜਾਵੇ ਤਾਂ। ਲੇਕਿਨ ਫੂਡ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਗਏ ਨੇ, 10.5% ਤੋਂ ਉੱਪਰ ਨਿਕਲ ਗਏ ਨੇ। ਔਰ ਕੋਰ ਜਿਹੜੀ ਸਾਡੀ ਜਿਹੜੀ ਹੁੰਦੀ ਹੈ ਉਹ ਵੀ ਹਲੇ ਐਲੀਵੇਟਡ ਹੈ, ਥੋੜੀ ਜਿਹੀ ਘਟੀ ਹੈ ਲੇਕਿਨ ਇੰਨੀ ਜ਼ਿਆਦਾ ਨਹੀਂ ਘਟੀ। ਸੋ ਬੇਸਿਕਲੀ ਇਹ ਮੰਨਿਆ ਜਾ ਰਿਹਾ ਹੈ ਕਿ 26 ਅਕਤੂਬਰ ਨੂੰ ਜਦੋਂ ਕੈਨੇਡਾ ਦੀ ਅਨਾਉਂਸਮੈਂਟ ਵੀ ਹੋਏਗੀ, ਅੱਜ ਦੀ ਰਿਪੋਰਟ ਦੇਖਦੇ ਹੋਏ ਅੱਜ ਦੇ ਹਿਸਾਬ ਨਾਲ ਤਾਂ ਰੇਟ ਵਧਣ ਦੀ ਪੂਰੀ ਉਮੀਦ ਹੈ। ਔਰ ਇਸ ਸਾਲ 'ਚੋਂ 0.75 ਵਧਾਉਣ ਦੀ ਗੱਲ ਕਰ ਰਹੇ। ਸੋ ਬੇਸਿਕਲੀ ਸਾਡਾ ਜਿਹੜਾ ਪ੍ਰਾਈਮ ਹੈ ਉਹ ਉਸੇ ਹਿਸਾਬ ਨਾਲ ਹੋਰ ਵੱਧ ਜਾਏਗਾ। ਲੈਸੀ ਹੁੰਦਾ ਕੀ ਹੈ, ਸਾਰਾ ਰਿਪੋਰਟ ਬੇਸਡ ਹੁੰਦਾ ਹੈ ਯੁੱਧਵੀਰ ਜੀ। ਸੋ ਇਹ ਕਹਿਣਾ 26 ਅਕਤੂਬਰ ਸਾਡੇ ਕੋਲ ਹਲੇ ਦੂਰ ਹੈ। ਉਸ ਤੋਂ ਪਹਿਲਾਂ 19 ਅਕਤੂਬਰ ਨੂੰ ਦੀ ਇਨਫਲੇਸ਼ਨ ਦੀ ਰਿਪੋਰਟ ਇੱਕ ਹੋਰ ਆਏਗੀ। ਸੋ 19 ਅਕਤੂਬਰ ਦੀ ਇਨਫਲੇਸ਼ਨ ਦੀ ਰਿਪੋਰਟ ਬਹੁਤ ਕੁਝ ਦਿਖਾ ਦੇਗੀ ਸਾਨੂੰ, ਔਰ ਉਹ ਕੀ ਐਕਸ਼ਨ ਹੋਏਗਾ 19 ਅਕਤੂਬਰ ਤੋਂ ਪਤਾ ਚੱਲ ਜਾਏਗਾ। ਲੇਕਿਨ ਅੱਜ ਦੀ ਡੇਟ ਮਾਰਕੀਟ ਨੇ ਇਹ ਕਹਿ ਦਿੱਤਾ ਹੈ ਕਿ ਯੈਸ ਇਸ ਸਾਲ ਦੇ ਅੰਦਰ 0.75 ਹੋਰ ਵਧਣ ਦੀ ਉਮੀਦ ਹੈ। ਜੀ ਠੀਕ ਹੈ ਜੀ। ਨੈਕਸਟ ਕਾਲ ਜੀ ਅਸੀਂ ਕਰਾਂਗੇ ਆਪਣੀ ਅਗਲੀ ਕਾਲ। ਹਾਂਜੀ ਕਪਿਲ ਜੀ ਤੁਸੀਂ ਆਉਂਦੇ ਰਹੋ। ਕਪਿਲ ਜੀ ਗੋ ਹੈਡ। युद्धवीर जी आवाज आ रही है? हाँ जी बिल्कुल आ रही है। युद्धवीर जी नमस्कार। पीके जी नमस्कार। नमस्कार सर। युद्धवीर जी ਤੁਹਾਡਾ ਚੈਨਲ ਇੰਨੀ ਕੁ ਐਜੂਕੇਸ਼ਨ ਦਿੰਦਾ ਹੈ, ਬਟ ਅਸੀਂ ਫਿਰ ਵੀ ਨਹੀਂ ਸਮਝਦੇ। ਜਦੋਂ ਤੁਸੀਂ ਇਕੱਲੇ ਨਹੀਂ ਮਾਨ ਚੈਨਲ ਤੇ ਜਦੋਂ ਪੀਕੇ ਸਾਹਿਬ ਔਰ ਆਪਣੇ ਪੰਕਜ ਜੀ ਆ ਜਾਂਦੇ ਆ, ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਕੋਈ ਵੀ ਰੇਡੀਓ ਜਾਂ ਟੀਵੀ ਚੈਨਲ ਇੰਨੀ ਨੌਲੇਜ ਦਿੰਦਾ ਹੋਏ। ਬਟ ਕਈ ਵਾਰੀ ਫਿਰ ਵੀ ਅਸੀਂ ਨਹੀਂ ਸਮਝਦੇ ਹੈਗੇ। ਮੈਂ ਇੱਕ ਸ਼ੇਰ ਤੋਂ ਸ਼ੁਰੂ ਕਰਨਾ, ਪੀਕੇ ਜੀ ਸਾਹਿਬ ਵਾਸਤੇ ਹੈਗੀ ਹੈ। ਸ਼ੇਰ ਯਾਦ ਆ ਗਿਆ ਗੱਲ ਕਰਨ ਤੋਂ ਪਹਿਲੇ। मेरा क्वेश्चन सीगा, अताउल्ला साहब का शेर सीगा जी, वो मेरे से ठुकदा है भाई। कैसी गलती शबाब कर बैठा दिल मेरा इंतखाब कर बैठा, ये समझ कर जिंदगी तुम हो जिंदगानी खराब कर बैठा। दिल लगाया था दिल लगी के लिए, बन गया जोग जिंदगी के लिए। दिल लगाया था दिल लगी के लिए। युद्धवीर जी क्वेश्चन ये सीगा कि मैं रफली पिछले साल 2021 ਵਿੱਚ ਮੋਰਗੇਜ ਰੀਫਾਈਨੈਂਸਿੰਗ ਕਰਾਈ ਸੀਗੀ। ਮੈਂ ਪੀਕੇ ਸਾਹਿਬ ਨੂੰ ਕਿਹਾ ਸੀਗਾ, ਕਹਿੰਦੇ ਕਿ ਤੂੰ ਏਦਾਂ ਨਾ ਕਰ। ਬਟ ਜਦੋਂ ਕੋਈ ਰੀਫਾਈਨੈਂਸਿੰਗ ਕਰਾਈ ਸੀਗੀ ਕਹਿੰਦੇ ਸੀ ਨਹੀਂ ਠੀਕ ਹੈ 1.69 ਤੇ ਉਹਨਾਂ ਨੇ ਮੈਨੂੰ ਲੈ ਕੇ ਦੇ ਦਿੱਤੀ ਸੀਗੀ। ਕਹਿੰਦੇ ਜੀ ਅਜੇ 2-4 ਸਾਲ ਤੇ ਰੇਟ ਵਧਣੇ ਨਹੀਂ, ਤੁਸੀਂ ਇਹਨੂੰ ਵੈਰੀਏਬਲ ਹੀ ਰੱਖੋ ਹੈ ਨਾ। ਉਦੋਂ 2.5 ਤੇ ਮਿਲਦੀ ਸੀਗੀ। ਉਦੋਂ ਮੇਰੀ ਮੋਰਗੇਜ 30 ਸਾਲ ਦੀ ਸੀਗੀ, ਹੁਣ 4.6 ਇੰਟਰਸਟ ਰੇਟ 9 ਹੋ ਗਿਆ ਵਾ। ਤੇ ਮੋਰਗੇਜ ਮੇਰੀ ਸਪੀਡ ਜਿਹੜਾ ਉਹ 70 ਸਾਲ ਦਾ ਹੋ ਗਿਆ ਜੀ, 30 ਤੋਂ 70 ਸਾਲ ਦਾ ਜੀ। ਪਹਿਲੇ ਇੰਟਰਸਟ ਜਾਂਦਾ ਸੀਗਾ ਮੇਰਾ 746 ਤੇ ਮੇਰੇ ਪ੍ਰਿੰਸੀਪਲ 'ਚ ਜਾਂਦੇ ਸੀ $1100। ਹੁਣ 1750 ਡਾਲਰ ਦੀ ਰਫਲੀ ਕਿਸ਼ਤ ਹੈਗੀ ਆ, ਉਹਦਾ ਸਾਰੇ ਦਾ ਸਾਰਾ ਇੰਟਰਸਟ ਜਾਂਦਾ, ਪਲੱਸ ਮੇਰੇ ਜਿਹੜਾ ਬੈਲੈਂਸ ਹੈਗਾ ਉਹਦੇ ਚੋਂ ਵੀ ਹਰ ਮਹੀਨੇ $150-200 ਕੱਢ ਲੈਂਦੇ ਹੈਗੇ। ਹਾਂਜੀ, ਤੇ ਮੈਂ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਪੀਕੇ ਜੀ ਨੂੰ ਕਿ ਮੈਨੂੰ ਘਰ ਵੇਚ ਦੇਣਾ ਚਾਹੀਦਾ ਕਿ ਜਾਂ ਰੱਖਣਾ ਚਾਹੀਦਾ, ਕਿਉਂਕਿ ਮੋਰਗੇਜ ਪਾ ਕੇ ਸਾਰਾ ਖਰਚੇ ਪਾ ਕੇ ਮੇਨਟੇਨੈਂਸ ਤੇ ਟੈਕਸ ਪਾ ਕੇ ਰਫਲੀ 3300 ਬਣ ਜਾਂਦੇ ਆ। ਤੇ ਜੇ ਮੈਂ ਘਰ ਰੱਖਦਾ ਤੇ ਮੈਂ ਰੈਂਟ ਤੇ ਮੰਨ ਲਓ ਇਹ ਲੈ ਲੈਣਾ ਤੇ ਇੰਨਾ ਹੀ ਕਿਰਾਇਆ ਹੈਗਾ। ਜੇ ਮੈਂ ਵੇਚਦਾ ਵਾਂ ਤੇ ਰਫਲੀ 2-3 ਸਾਲਾਂ ਬਾਅਦ ਜਦੋਂ ਜੇ ਮੈਂ ਕੋਈ ਹੋਰ ਘਰ ਵੀ ਲੈਣਾ ਤੇ 1.25 ਲੱਖ ਤੋਂ ਉੱਪਰ ਤੇ ਦੀ ਉਹਦਾ 12-36 ਤੇ 1,10,000 ਤੇ ਕਿਰਾਇਆ ਹੀ ਚਲੇ ਜਾਏਗਾ। ਤੇ ਇਹ ਪੁੱਛਣੀ ਚਾਹੁੰਦਾ ਸੀਗਾ ਕਿ ਦੂਜਾ ਜੀ ਸੋਗਾ ਅੰਦਾਜ਼ਾ ਜੀ ਪੀਕੇ ਸਾਹਿਬ ਜਦੋਂ ਤੁਸੀਂ ਕਿਹਾ ਸੀ ਮੈਂ 7.5 ਦਾ ਵੇਚ ਦਿੰਦਾ, ਮੈਂ 699 ਦਾ ਲਾਇਆ ਦਾ ਸੀ ਉਸ ਤੋਂ ਬਾਅਦ, ਪਰ ਹੁਣ ਉਹ ਮੈਨੂੰ ਕੋਈ ਉਹਦੀ ਨਹੀਂ ਆਈ। ਤੁਸੀਂ ਪੁੱਟ ਇਟ ਦਿਸ ਵੇ ਕਿ ਮੇ ਬੀ 50 ਐਬਸੋਲੂਟ ਐਵਨਿਊ 44 ਫਲੋਰ ਹੈਗਾ। ਠੀਕ ਹੈ। ਮੋਰਗੇਜ ਕਿੰਨੀ ਹੈ ਜੀ? ਮੋਰਗੇਜ 5 ਲੱਖ ਅੱਜ 5,09,000 ਹੈਗੀ ਹੈ ਜੀ। ਹਾਂਜੀ, ਬਹੁਤ ਜ਼ਿਆਦਾ ਮੋਰਗੇਜ ਦੇ ਘਰ ਦੇ ਹਿਸਾਬ ਨਾਲ। ਤੇ ਤੁਹਾਡੀ ਫੈਮਿਲੀ ਇਨਕਮ ਕਿੰਨੀ ਹੈ ਜੀ? ਫੈਮਿਲੀ ਇਨਕਮ ਉਹ ਪੱਕੀ ਨਹੀਂ ਹੈਗੀ ਸਰ, ਮਤਲਬ ਅੰਦਾਜ਼ਾ ਕਿੰਨੀ ਆ ਜਾਂਦੀ ਮਹੀਨੇ ਦੀ ਜਾਂ ਸਾਲ ਦੀ? 70,000 ਕਹਿ ਸਕਦੇ ਹੋ ਜੀ। ਮੈਂ ਨਹੀਂ ਵੇਚਾਂਗਾ ਜੀ, ਕਿਉਂਕਿ ਇਹ ਦੁਬਾਰਾ ਵਾਪਿਸ ਆਏਗਾ। ਦੇਖੋ ਤੁਸੀਂ ਉਹ ਸ਼ੇਅਰ ਇਹਨਾਂ ਦਾ ਕਿਹਾ ਬਹੁਤ ਚੰਗਾ ਲੱਗਿਆ, ਪਰ ਮੈਂ ਵੀ ਉਹਦਾ ਜਵਾਬ ਤੁਹਾਨੂੰ ਦੇਣਾ ਚਾਹੁੰਦਾ। ਅਸੀਂ ਦੂਜਿਆਂ ਨੂੰ ਦੇਖ ਕੇ ਆਪਣਾ ਨਾ ਕਰੀਏ ਇੱਕ ਦਿਮਾਗ ਖਰਾਬ। ਅਸੀਂ ਆਪਣੀ ਹੈਸੀਅਤ ਦੇ ਹਿਸਾਬ ਨਾਲ ਚੱਲੀਏ। 70,000 ਦੇ ਹਿਸਾਬ ਨਾਲ, ਹਾਲਾਂਕਿ ਤੁਹਾਡੀ ਮੌਰਗੇਜ ਇੰਨੀ ਜ਼ਿਆਦਾ ਕਿਉਂ ਹੋ ਗਈ 70,000? ਟੂ ਬੀ ਆਨੈਸਟ ਡੋਂਟ
टेक मी रॉन्ग, मॉडगेज 5 ਲੱਖ ਦੀ ਹੋਣੀ ਨਹੀਂ ਚਾਹੀਦੀ। ਸਭ ਅਗਰ ਪਹਿਲੇ ਟਾਈਮ ਦੇ ਹਿਸਾਬ ਨਾਲ ਵੀ 70,000 ਦੇ ਹਿਸਾਬ ਨਾਲ ਤੁਹਾਨੂੰ ਮੌਡਗੇਜ ਤੇ 4 ਲੱਖ ਉੱਤੇ ਮਿਲਣੀ ਨਹੀਂ ਚਾਹੀਦੀ ਸੀ। ਇਹਦਾ ਮਤਲਬ ਜਿਹਨੇ ਵੀ ਕੰਮ ਕੀਤਾ ਥੋੜਾ ਗੜਬੜ ਵਾਲਾ ਕੰਮ ਕੀਤਾ ਹੈ। ਉਦੋਂ ਸੀਗੀ ਜ਼ਿਆਦਾ ਸੀਗੀ, ਹੁਣ ਮਤਲਬ ਨਹੀਂ ਸਰ, ਕਦੀ ਵੀ ਨਹੀਂ ਸੀ। 70,000 ਦੇ ਉੱਤੇ 7 ਨਾਲ ਮਲਟੀਪਲਾਈ ਕਰਕੇ 5 ਲੱਖ ਮੌਡਗੇਜ ਕਦੀ ਵੀ ਨਹੀਂ ਸੀ। ਉਹ ਥੋੜਾ ਬਹੁਤ ਤੁਹਾਨੂੰ ਦੱਸੇ ਬਗੈਰ ਮੈਂ ਥੋੜਾ ਬਹੁਤ ਕਰਤਾ ਹੋਏਗਾ ਤੇ ਮੈਂ ਹੁਣ ਵੀ ਕਹਾਂਗਾ ਤੁਸੀਂ ਇਹਨੂੰ ਸੰਭਾਲ ਲਓ। ਤੁਸੀਂ 3,000 ਤੋਂ ਘੱਟ ਕਿਰਾਇਆ ਨਹੀਂ ਦੇ ਸਕਦੇ ਔਰ ਇੰਨਾ ਦੇਣਾ ਹੀ ਪਏਗਾ, ਇੰਨਾ ਹੀ ਤੁਹਾਡਾ ਖਰਚਾ ਹੈ। ਪਰ ਤੁਸੀਂ ਕੱਲ ਭੁੱਲ ਰਹੇ ਹੋ 3300 ਦੇ ਅੰਦਰ ਤੁਹਾਡੀ 5 ਲੱਖ ਦੀ ਮੌਡਗੇਜ ਦੇ ਅੰਦਰ ਸਰ 1100 ਦਾ ਕਰਜ਼ਾ ਵੀ ਤਾਂ ਉਤਰ ਰਿਹਾ ਨਾਲ, ਉਹ ਤੁਹਾਡੀ ਸੇਵਿੰਗ ਹੈ। ਤੇ ਐਕਚੁਅਲੀ 3300 ਨਹੀਂ ਹੈ, 2200 ਦਾ ਖਰਚਾ ਹੈ। 1100 ਕਦੋਂ ਨਹੀਂ ਉਤਰਿਆ ਹੁਣ ਤੇ ਮਤਲਬ ਮੇਰੀ $1850 ਕਿਸ਼ਤ ਹੈਗੀ ਆ। 1850 ਕਿਸ਼ਤ ਦੇ ਅੰਦਰ ਜਾ ਰਹੇ ਆ ਨਾ ਮੇਰੇ ਅਕਾਊਂਟ 'ਚ 2000 ਸਰ ਉਹਦਾ ਤੁਹਾਡਾ ਹੈਲੋ ਅਗਰ 2000 ਕਿਸ਼ਤ ਹੈਗੀ ਤੇ ਉਹਦਾ ਤੁਹਾਡਾ ਲਗਭਗ ਅੱਧਾ ਤੁਹਾਡਾ ਕਰਜ਼ਾ ਉਤਰ ਰਿਹਾ ਹਰ ਸਾਲ, ਹਰ ਮਹੀਨੇ ਕਰਜ਼ਾ ਵੀ ਤਾਂ ਉਤਰ ਰਿਹਾ। ਤੁਹਾਡਾ ਪ੍ਰਿੰਸੀਪਲ ਵੀ ਘੱਟ ਹੋ ਰਿਹਾ ਹੈ। ਨਹੀਂ ਹੋ ਰਿਹਾ ਨਾ, ਉਹੀ ਤਾਂ ਮੈਂ ਕਹਿ ਰਿਹਾ। ਕਿਹੜਾ ਬੈਂਕ ਤੁਹਾਡਾ? ਮੇਰਾ ਫਿਰ ਤੁਹਾਨੂੰ ਦੱਸਣਾ ਵਾ ਕਿ ਮੇਰੀ $1850 ਕਿਸ਼ਤ ਹੈਗੀ ਆ ਤੇ ਮੇਰੇ ਅਕਾਊਂਟ 'ਚੋਂ ਉਹ ਇੱਕ ਵੀ ਪੈਸਾ ਨਹੀਂ ਜਾਂਦਾ ਉਹਦੇ ਵਿੱਚ ਪ੍ਰਿੰਸੀਪਲ 'ਚ। ਉਲਟਾ ਮੇਰੇ ਬੈਂਕ ਹੈ ਆਰਬੀਸੀ ਬੈਂਕ ਹੈ? ਨਹੀਂ ਜੀ, CIBC ਹੈ ਜੀ। CIBC ਵੀ ਅੱਛਾ ਇਹ ਵਾਲਾ ਉਹ ਟ੍ਰਿਗਰ ਰੇਟ ਜਿਹੜਾ ਦਿੰਦੇ ਨੇ ਇਹ ਪ੍ਰਿੰਸੀਪਲ ਉਹਨੂੰ ਅਜੇ ਟ੍ਰਿਗਰ ਰੇਟ ਨਹੀਂ ਆਇਆ, ਅਜੇ ਥੋੜਾ ਬਹੁਤ ਜ਼ਰੂਰ ਜਾ ਰਿਹਾ। ਜਿਸ ਤਰ੍ਹਾਂ ਟ੍ਰਿਗਰ ਰੇਟ ਆਏਗਾ ਤਾਂ ਤੁਹਾਡਾ ਉਸ ਵਕਤ ਤੁਹਾਡਾ ਫਿਰ ਵਧਾਣਗੇ ਕਿਸ਼ਤ ਜੀ। ਤੁਸੀਂ ਇਹਨੂੰ ਚੈੱਕ ਕਰਾਓ। ਮੈਂ ਭੇਜਣ ਤੇ ਹੱਕ ਨਹੀਂ ਹੈਗਾ, ਵੇਚਣ ਦੇ ਹੱਕ। ਤੁਸੀਂ ਇਹ ਥੋੜਾ ਬਰਦਾਸ਼ਤ ਕਰੋ, ਇਹ ਵਾਪਿਸ ਦੁਬਾਰਾ ਆਏਗਾ। ਰੈਂਟ ਤੁਹਾਡਾ ਵੇਚਣ ਖਰੀਦਣ ਜੀ ਖਰਚਾ 40-50,000 ਆ ਜਾਣਾ ਹੈ ਕਿ ਨਹੀਂ ਸੋਚਦੇ? ਜਦ ਦੁਬਾਰਾ ਖਰੀਦੋਗੇ ਫਿਰ ਮੈਂ ਤੇ ਤੁਹਾਡੇ ਕੋਲ ਪੁੱਛ ਹੀ ਰਿਹਾ ਵਾਂ ਕਿ ਬਿਲਕੁਲ ਮੈਂ ਸਮਝਾ ਰਿਹਾ ਸਰ। ਵੇਚੋਗੇ ਤਾਂ ਕਮਿਸ਼ਨ ਦਿਓਗੇ, ਖਰੀਦੋਗੇ ਤਾਂ ਲੈਂਡ ਰੋਡ ਟੈਕਸ ਦਿਓਗੇ। ਤੁਸੀਂ ਇੰਨਾ ਖਰਚਾ ਵੈਸੇ ਕਰ ਦੋਗੇ, ਇੰਨਾ ਤੁਸੀਂ 1-1.5 ਸਾਲ ਦੇ ਅੰਦਰ ਇਸ ਤੋਂ ਵੀ ਘੱਟ ਤੁਹਾਡਾ ਖਰਚਾ ਆਏਗਾ। मैं अब तुसी दुनिया का देखा देखी करके ना चलो। मैं एक लाइन बोलना चाहूंगा, बड़ा टेम्पटेड हो रहा है मैं कहने वास्ते बार बार। नो प्रॉब्लम सर। ले दे के अपने पास फकत एक नजर ही तो है, ले दे के अपने पास एक नजर ही तो है। क्यों देखे जिंदगी को किसी और की नजर से? अपने हिसाब से अपने हिसाब ਨਾਲ ਦੇਖੋ ਸਰ, ਬਾਕੀ ਨੂੰ ਛੱਡ ਦਿਓ, ਰੱਖ ਲਓ ਆਪਣਾ ਘਰ ਆਪਣੇ ਕੋਲ ਬਸ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਠੀਕ ਹੈ ਸਰ, ਤੁਸੀਂ ਹਰ ਰੋਜ਼ ਹੀ ਆਫਿਸ ਆਉਂਦੇ ਹੋ ਨਾ? ਮੈਂ ਨਹੀਂ ਸਰ, ਮੈਂ ਸਿਰਫ 3 ਦਿਨ ਆਣਾ ਜੀ। ਥੋੜਾ ਜਿਹਾ ਘੱਟ ਕਰਤਾ ਜਾਣਾ। ਮੇਰਾ ਬੇਟਾ ਹੈਗਾ ਤੇ 24 ਆਵਰ, ਮੇਰੇ ਅਸਿਸਟੈਂਟ 2-3 ਹੈਗੇ ਨੇ ਤੇ ਬੜੇ ਸਿਆਣੇ। ਤੁਸੀਂ ਜਦ ਮਰਜ਼ੀ ਫੋਨ ਤੇ ਅਪਾਇੰਟਮੈਂਟ ਬਣਾ ਕੇ ਮੈਨੂੰ ਮਿਲ ਸਕਦੇ ਹੋ, ਮੈਂ ਤੁਹਾਨੂੰ ਮਿਲਾਂਗਾ। ਠੀਕ ਹੈ, ਮੇਰੇ ਆਫਿਸ ਆ ਸਕਦੇ ਹੋ। ਠੀਕ ਹੈ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ। ਵੀਰੇ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਮੇਰਾ ਤੁਹਾਨੂੰ ਤਾਂ ਆਪਣੇ ਮੋਂਗਾ ਸਾਹਿਬ ਨੂੰ ਸੀਗਾ ਕੁਐਸਚਨ। ਮੈਂ ਕੱਲ ਇੱਕ ਕਾਰ ਅਸੈਂਬਲੀ ਪਲਾਂਟ ਦੇ ਵਿੱਚ ਸੀਗਾ ਖੜਾ, ਤੇ ਉੱਥੇ ਕਾਫੀ 2-3 ਬੰਦੇ ਆ ਗਏ ਟੌਪ ਜੌਬਾਂ ਕਰਨ ਵਾਲੇ ਅੰਦਰੋਂ ਪਲਾਂਟ ਦੇ। ਤਾਂ ਉਹ ਗੱਲਾਂ ਕਰਦੇ ਕਰਦੇ ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਯਾਰ ਗੱਡੀਆਂ ਆਰਡਰ ਕੀਤੀਆਂ ਸੀਗੀਆਂ ਤਾਂ 1.5 ਸਾਲ ਹੋ ਗਿਆ ਵੀ ਫਿਰ ਉਹਨਾਂ ਨੇ ਡਿਲੇ ਕਰ ਦਿੱਤੀ 3-4 ਮਹੀਨੇ ਵਾਸਤੇ। ਬਈ ਗੱਲ ਕੀ ਆ? ਮੈਂ ਕਿਹਾ ਅਸੀਂ ਆਪ ਵੀ ਆਪਣੇ ਪਾਰਟ ਚੱਕਦੇ ਇਹਨਾਂ ਦੇ ਫੋਰਡ ਦੇ, ਕ੍ਰਾਈਸਲਰ ਦੇ, GM ਦੇ। ਉਹ ਬੰਦੇ ਕਹਿੰਦੇ ਦੋਵੇਂ ਜਣੇ ਜਿਹੜੇ ਟੌਪ ਸੀਗੇ ਉਸ ਪਲਾਂਟ ਦੇ ਬੰਦੇ ਕੰਮ ਕਰਨੇ ਵਾਲੇ, ਉਹ ਕਹਿੰਦੇ ਵੀ ਵਰਲਡ ਵਾਈਡ ਸਾਰੀਆਂ ਕੰਟਰੀਆਂ ਨੇ ਇਹ ਡਿਸਾਈਡ ਕੀਤਾ ਹੈਗਾ ਵੀ ਅਸੀਂ ਗਾਂ ਦੇ ਫਿਊਚਰ ਦੇ ਵਿੱਚ ਕਾਰਾਂ ਨੂੰ ਘਟਾ ਰਹੇ ਆ। ਤਾਂ ਮੈਂ ਉਹਨਾਂ ਨੂੰ ਮੁੜ ਕੇ ਕਹਿੰਦਾ ਸੀ, ਮੈਂ ਕਿਹਾ ਰੌਲਾ ਪਾਈ ਜਾਂਦੇ ਚਿੱਪ ਨਹੀਂ ਮਿਲ ਰਿਹਾ, ਚਿੱਪ ਨਹੀਂ ਮਿਲ ਰਿਹਾ। ਕਹਿੰਦੇ ਚਿੱਪ ਵੀ ਨਹੀਂ ਮਿਲ ਰਿਹਾ ਸੀਗਾ, ਪਰ ਫਿਊਚਰ ਦੇ ਵਿੱਚ ਕਾਰਾਂ ਘਟਾ ਰਹੇ ਆ। ਤੁਸੀਂ ਏਦਾਂ ਦੀ ਕੋਈ ਨਿਊਜ਼ ਸੁਣੀ ਆ ਜਾਂ ਮੋਂਗਾ ਸਾਹਿਬ ਉਹਨਾਂ ਨੂੰ ਪਤਾ ਹੋਊਗਾ ਬਈ ਕਾਰਾਂ ਘਟਾ ਰਹੇ ਆ ਉਹ, ਬਈ ਨਹੀਂ ਜ਼ਿਆਦਾ ਕਾਰਾਂ ਬਣਾਉਣੀਆਂ? ਇਹਦੇ ਬਾਰੇ ਦੱਸੋਗੇ ਥੋੜਾ? ਕੋਈ ਹੈ ਜੀ ਨਿਊਜ਼, ਮੈਨੂੰ ਤਾਂ ਨਹੀਂ ਪਤਾ ਯੁਧਵੀਰ ਜੀ, ਤੁਹਾਨੂੰ ਪਤਾ ਤਾਂ ਮੈਨੂੰ ਪਤਾ ਨਹੀਂ। ਕਾਰਾਂ ਘਟਾ ਰਹੇ ਫੈਸਲਾ ਦੀ ਤਾਂ ਕੋਈ ਨਿਊਜ਼ ਨਹੀਂ ਹੈ ਜੀ। ਨਹੀਂ, ਉਹ ਇਸ ਤਰ੍ਹਾਂ ਹੋਣਾ ਜੀ, ਮੈਂ ਦੱਸਦਾ ਕਿ ਕਿਉਂ ਇਸ ਤਰ੍ਹਾਂ ਉਹ ਕਹਿ ਰਹੇ ਹੋਣੇ। ਕਾਰਾਂ ਘਟਾਉਣ ਦੀ ਕੋਈ ਐਸੀ ਖਬਰ ਨਹੀਂ ਹੈ। ਉਹ ਇਸ ਤਰ੍ਹਾਂ ਹੋਣਾ ਹੈ ਕਿ ਉਹ ਜਿਹੜੀ ਹੁਣ ਅੱਜ ਕੱਲ੍ਹ ਇਲੈਕਟ੍ਰਿਕ ਵਹੀਕਲਸ ਆ ਰਹੀ, ਠੀਕ ਹੈ, ਤਾਂ ਜਿਹੜੇ ਤਾਂ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਪਲਾਂਟਸ ਹੈਗੇ ਨੇ ਉਹ ਤੇ ਵਧਣਗੇ ਆਉਣ ਵਾਲੇ ਟਾਈਮ ਤੇ ਜੇ ਤੁਸੀਂ ਕਹੋ ਕਿ ਆਪਣੇ ਗੈਸ ਇੰਜਨ ਵਾਲੇ ਹੈਗੇ ਨੇ ਉਹ ਘਟਣਗੇ ਬਿਲਕੁਲ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਲਗਾਓ ਕਿ ਹਰ ਕੰਟਰੀ ਨੇ ਜਿਹੜੀਆਂ ਨਵੀਆਂ ਕਾਰਾਂ ਆਉਣਗੀਆਂ ਨਾ, ਹਰੇਕ ਕੰਟਰੀ ਨੇ ਇੱਕ ਡੈਡਲਾਈਨ ਦੇਤੀ ਹੈ। ਕਿਸੇ ਨੇ 2030 ਦੇਤੀ ਹੈ, ਕਿਸੇ ਨੇ 2035 ਦੇਤੀ ਹੈ, ਕਿਸੇ ਨੇ 2040। ਵੀ ਨਵੀਂ ਕਾਰ ਜਿਹੜੀ ਬਣਨੀ ਹੈ ਉਹ ਬਣਨੀ ਹੀ ਇਲੈਕਟ੍ਰਿਕ ਆ ਜਿਹੜੀ ਗੈਸ ਵਾਲੀਆਂ, ਜਿਹਨੂੰ ਅਸੀਂ ਪੈਟਰੋਲ ਕਹਿ ਲਈਏ, ਡੀਜ਼ਲ ਕਹਿ ਲਈਏ, ਇਹ ਵਾਲੀਆਂ ਗੱਡੀਆਂ ਨਵੀਆਂ ਬਣਨੀਆਂ ਹੀ ਬੰਦ ਕਰ ਦੇਣੀਆਂ ਨੇ। ਸੋ ਉਹ ਹੋ ਸਕਦਾ ਹੈ ਕੋਈ ਐਸੇ ਤੁਸੀਂ ਮੈਨੂਫੈਕਚਰਿੰਗ ਪਲਾਂਟ ਦੇ ਬਾਹਰ ਖੜੇ ਹੋ ਜਿੱਥੇ ਕਿ ਉਹਨਾਂ ਕੋਲ EV ਇਲੈਕਟ੍ਰਿਕ ਵਹੀਕਲਸ ਨਾ ਬਣਨਗੀਆਂ, ਤਾਂ ਉਹ ਤੇ ਪਲਾਂਟ ਹੌਲੀ ਹੌਲੀ ਹੁਣ ਜਿਹੜੇ ਨੇ ਉਹ ਖਤਮ ਹੋਣਗੇ ਹੁਣ ਹੌਲੀ ਹੌਲੀ। ਹਾਂ, ਇਹ ਹੋ ਸਕਦਾ ਜੀ। ਠੀਕ ਹੈ ਜੀ ਗੁਰਸ਼ਰਨ ਜੀ, ਓਕੇ ਹਾਂਜੀ, ਥੈਂਕ ਯੂ ਸਰ, ਥੈਂਕ ਯੂ। ਨੈਕਸਟ ਕਾਲ ਜੀ। ਹਾਂਜੀ ਗਰੀਸ਼ ਜੀ ਤੁਸੀਂ ਆਉਂਦੇ ਰਹੋ। ਗਰੀਸ਼ ਜੀ ਕੋਲ। ਨਮਸਕਾਰ
नमस्कार जी सबको। मैं ये कहना चाहता हूँ जी सर 2-3 महीने पहले भी बोला था कि ये तो रेट तो बढ़ाना है। जब याद है मैंने वो शोले मूवी का गब्बर सिंह का डायलॉग सुनाया था कि वो जब रेट बढ़ेगा तभी तो वो तो बैंक ऑफ कनाडा ने बोला ही हुआ है कि वो 2% पे लाके ही रहेंगे, तो वो तो रेट बढ़ेगा ही बढ़ेगा। तो फिर जब रेट बढ़ेगा तो घरों के दाम भी बढ़ेंगे या कम होंगे? दूसरा पहला सवाल ये है। दूसरा सवाल ये है कि वो 40 साल अमोर्टाइजेशन क्यों करें जी? सिर्फ रियल एस्टेट इंडस्ट्री और मॉर्गेज इंडस्ट्री को चलने के लिए करें या और बाकी को देखना है जिनको वो खाने के लाले पड़ रहे हैं, एंटरटेनमेंट के लिए, खाने के लिए, रहने के लिए पैसा नहीं है, उसलिए करें। थैंक यू जी। 40 ईयर अमोर्टाइजेशन का रहने खाने पीने के लाले वाले उन लोगों के लिए नहीं है ना, क्योंकि उनके लिए तो फर्क नहीं पता। 40 साल का अमोर्टाइजेशन जिनके पास मॉर्गेज ही नहीं है, मैं बैठा हूँ बिना मॉर्गेज के, मुझे कोई कहता जी 20% इंटरेस्टेड हो गया, मैं कहना मनु की। वो कहता जी 0 हो गया, मैं कहना मनु की। मेरे तो इंटरेस्टेड ही लोन ही नहीं है। तो जिन लोगों के पास मॉर्गेज नहीं है उनका अमोर्टाइजेशन के ऊपर क्या फर्क पड़ता है? बिल्कुल फर्क नहीं पड़ता। उनका तो इन्फ्लेशन पे फर्क पड़ता है जी, महंगाई पे फर्क पड़ता है। महंगाई को ही नीचे लाने के लिए इंटरेस्ट रेट बढ़ा रहे हैं, उन लोगों का फायदा कर रहे हैं। और क्योंकि उसको कंपनसेट करने के लिए ये लोग अमोर्टाइजेशन लाने की कोशिश कर रहे हैं कि एक आम आदमी जिसको घर लेने की चाह है और वो उसको लेने लायक बना दे। तो मुझे लगता है ये करके सबका बेनिफिट कर देंगे। इसलिए हमारे क्योंकि इसमें पेमेंट स्ट्रक्चर आपका कम हो जाएगा ना, ये पेमेंट आपकी पर मंथ कम हो जाएगी। आई थिंक दिस इज फॉर द बेनिफिट ऑफ बोथ टाइप ऑफ सेगमेंट्स। एक जिनका घर नहीं है उनके लिए भी और एक जो घर लेना चाहते हैं उनके लिए भी। तो अमोर्टाइजेशन इज राइट थिंग टू डू, क्योंकि इन्फ्लेशन को काबू करना तो इन्होंने सोच लिया और करना भी पड़ेगा। वो दे विल नॉट बी सेटिस्फाइड विद 5%। उनको ये मुझे लगता है जब तक 4 से नीचे नहीं लेके जाएंगे ये ऐसे काम करते ही रहेंगे। और ये इंटरेस्ट रेट जो अभी मोगा साहब ने कहा कि 2 बार बढ़ेगा, मेरे हिसाब से एक बार 50 बेसिस पॉइंट बढ़ेगा, एक बार 25 बेसिस पॉइंट बढ़ेगा, जो कि ओवरनाइट 4% तक चला जाएगा। उसके बाद क्योंकि 3.25 हुई है, लेकिन ये मुड़ के न्यूट्रल रेट अगले साल मिडल तक फिर दोबारा 3%, 3.25% तक आ जाएगा, मुझे ये लगता है जी। ठीक है जी। हाँ जी, ਅਗਲੀ ਕਾਲ ਤੇ ਵਧਣ ਤੋਂ ਪਹਿਲਾਂ ਜਿਹੜੀ ਡਿਸਕਸ਼ਨ ਪਹਿਲਾਂ ਹੋ ਰਹੀ ਸੀ ਜੀ, ਠੀਕ ਹੈ ਜੀ, ਮੈਂ ਵੀ ਉਹਦੇ ਥੋੜਾ ਜਿਹਾ ਇੰਟਰਸਟਿਡ ਹੈਗਾ ਆ, ਕਿਉਂਕਿ ਜਿਹੜੇ ਲੋਕ ਅੱਜ ਕੋਈ ਫਰਜ਼ ਕਰ ਲਓ ਜੀ, ਆਪਾਂ 2 ਮਿਲੀਅਨ ਤੋਂ ਉੱਪਰ ਦੀ ਗੱਲ ਕਰਦੇ ਆ, 2 ਮਿਲੀਅਨ ਤੋਂ 5 ਮਿਲੀਅਨ ਦੇ ਜਿਹੜੇ ਘਰ ਨੇ ਜਿਹਨਾਂ ਕੋਲ, ਠੀਕ ਹੈ ਜੀ, ਅੱਜ ਕੱਲ ਬੜੇ ਲੋਕ ਲੈ ਰਹੇ ਨੇ 2 ਮਿਲੀਅਨ ਦਾ, 2.5 ਮਿਲੀਅਨ ਦਾ, 3 ਮਿਲੀਅਨ, 4 ਮਿਲੀਅਨ, 5 ਮਿਲੀਅਨ। ਜਿਹਨਾਂ ਲੋਕਾਂ ਨੇ ਘਰ ਲਏ ਨੇ 2 ਮਿਲੀਅਨ ਤੋਂ 5 ਮਿਲੀਅਨ ਦੀ ਰੇਂਜ ਦੇ ਵਿੱਚ, ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲਾਈਫ ਸਟਾਈਲ ਚੇਂਜ ਹੋ ਰਿਹਾ, ਲੋਕਾਂ ਦਾ ਰੁਝਾਨ ਜਿਹੜਾ ਉਹ ਵੱਧ ਰਿਹਾ ਇਸ ਤਰਫ, ਤੇ ਕੀ ਇਹ ਘਰਾਂ ਦੀਆਂ ਕੀਮਤਾਂ ਇੱਥੇ ਕੀ ਰਹਿਣਗੀਆਂ, ਵੱਧ ਜਾਣਗੀਆਂ ਜਾਂ ਘਟ ਜਾਣ? ਸਰ ਹਰ ਕਿਸਮ ਦੇ ਲੋਕ ਹੈਗੇ ਨੇ। ਇਹ ਅਗਰ ਵੱਡੇ ਘਰ ਜਿਹੜੇ ਅਫੋਰਡ ਨਹੀਂ ਕਰ ਪਾ ਰਹੇ ਉਹ ਛੋਟੇ ਘਰਾਂ 'ਚ ਜਾਣਗੇ, ਔਰ ਜਿਹੜੇ ਵੱਡੇ ਅਫੋਰਡ ਕਰ ਪਾ ਰਹੇ ਨੇ ਉਹ ਲੈਣਗੇ। ਔਰ ਜਿਹੜੇ ਐਵੀ ਵੀ ਜਨਰੇਸ਼ਨ ਹੈਗੀਆਂ ਨੇ ਜਿਹੜੀ ਕਿ ਬੜੀ ਤਰੱਕੀਆਂ ਕਰ ਰਹੀਆਂ ਨੇ, ਜਿਹੜੇ ਛੋਟੇ ਘਰਾਂ ਤੋਂ ਵੱਡੇ ਘਰਾਂ 'ਚ ਜਾ ਰਹੇ ਨੇ। ਕੈਨ ਯੂ ਬਿਲੀਵ ਇਟ? ਅਸੀਂ 10-10, 5-5 ਮਿਲੀਅਨ ਦੇ ਘਰਾਂ ਦੀ ਗੱਲ ਕਰ ਰਹੇ ਹਾਂ, ਵੱਡੇ ਘਰ, ਤੇ ਡਾਊਨਟਾਊਨ ਦੇ ਅੰਦਰ 22 ਮਿਲੀਅਨ ਦਾ ਵੀ ਕਾਂਡੋ ਵਿਕਿਆ। ਕਾਂਡੋ ਨਾਟ ਕੀ ਘਰ, 22 ਮਿਲੀਅਨ, 22 ਮਿਲੀਅਨ। ਹੁਣ ਜਿਹੜਾ ਅਸੀਂ ਗਲੈਨ ਹਿਲ ਵੇਚ ਰਹੇ ਹਾਂ ਕਾਂਡੋਮੀਨੀਅਮ ਅਪਾਰਟਮੈਂਟ, ਉਹਦੇ ਅੰਦਰ 5-5, 6-6 ਮਿਲੀਅਨ ਦੇ ਆਮ ਕਾਂਡੋ ਹੈਗੇ ਨੇ, ਆਮ ਬਾਥਰਸ ਐਂਡ ਐਵਨੀ, ਵੈਰੀ ਹਾਈ ਐਂਡ ਜਾਂਦੀ ਹੂਜ਼ ਸਾਰੇ ਉੱਥੇ ਰਹਿੰਦੇ ਨੇ। ਅਸੀਂ ਆਪਣੇ ਦਾਇਰੇ ਦੇ ਸਾਹਮਣੇ ਸੋਚ ਲੈਂਦੇ ਹਾਂ। ਇੱਕ ਬੰਦਾ ਜਿਹਨੂੰ 4 ਲੱਖ ਦੀ ਜਿਹਦੀ ਕੈਪੈਸਿਟੀ ਹੈਗੀ, ਉਹਨੂੰ ਕਹਿੰਦੇ ਵੀ ਜੋ ਡਿਕਸ਼ਨ ਲੈ ਲੈ 4 ਲੱਖ ਦਾ, ਉਹ ਲੱਭ ਰਿਹਾ। ਅਚਾਨਕ ਉਹਨੂੰ ਅਸੀਂ ਅਗਰ 7 ਲੱਖ ਦਾ ਦਿਖਾ ਦੇਣੇ ਨਾ ਕਾਂਡੋ, ਕਹਿੰਦਾ ਪਾਗਲ ਹੋ ਜੀ, 7 ਲੱਖ ਦਾ ਵੀ ਕੋਈ ਕਾਂਡੋ ਹੋਤਾ? ਕਿਉਂਕਿ ਉਹ ਵਿਚਾਰਾ ਆਪਣੀ ਹੈਸੀਅਤ ਦੇ ਹਿਸਾਬ ਨਾਲ ਕਹਿ ਰਿਹਾ। ਔਰ ਜਿਹਨੂੰ ਅਸੀਂ 7-8 ਲੱਖ ਦਾ ਕਾਂਡੋ ਦਿਖਾਉਂਦੇ ਹਾਂ, ਅਚਾਨਕ ਉਹਨੂੰ ਕਹਿੰਦੇ 1 ਮਿਲੀਅਨ, ਕਹਿੰਦੇ ਵਾਹ 1 ਮਿਲੀਅਨ ਮੈਂ ਸੋਚਾ ਕੋਈ ਟਾਊਨ ਰੂਮ ਨਾ ਲੈ ਲੂੰ। ਔਰ ਜਿਹਨੂੰ ਅਸੀਂ 1 ਮਿਲੀਅਨ ਦਿਖਾ ਰਹੇ ਨੇ ਉਹਨੂੰ 1.5 ਮਿਲੀਅਨ। ਉਲਟਾ ਚੱਲ ਵੋ, ਜਿਹਨੂੰ ਅਸੀਂ 8 ਮਿਲੀਅਨ ਦਾ ਕਾਂਡੋ ਦਿਖਾ ਰਹੇ ਹਾਂ ਉਹਨੂੰ ਅਚਾਨਕ ਕਹਿੰਦੇ ਕਿ 2 ਮਿਲੀਅਨ वाला, वो कहना ये कोई जगह रहने वाली। हर बंदा अपनी हैसियत से हिसाब। मैं कल किसी कर रहे थे भाई साहब, मैंने कहा जी तुम्हारे कांडो का किराया 5,000, कहते मैं मान ही नहीं सकता। और ही वाज राइट। वो कैसे मान ले जिन्होंने, कौन सोचेगा कि कांडो की रेंट? मैं कहा जी अगर मैं आपको दिखा दूं कि कांडो $18,000 किराए पे चढ़े हुए हैं, तो सर ਇਹ ਜਿਹੜੀ ਗੱਲਾਂ ਨੇ ਨਾ ਵੱਡੇ ਘਰ ਵਾਲੀਆਂ, ਇਹ ਰਹਿਣਗੀਆਂ, ਇਹ ਜ਼ਰੂਰ ਰਹਿਣਗੀਆਂ। ਡੈਮੋਗ੍ਰਾਫਿਕਸ ਚੇਂਜ ਹੋਏਗਾ, ਲੋਕੀ ਬਦਲ ਜਾਣਗੇ, ਸ਼ਕਲਾਂ ਬਦਲ ਜਾਣਗੀਆਂ, ਹਾਲਾਤ ਬਦਲ ਜਾਣਗੇ, ਪਰ ਇਹ ਚੀਜ਼ਾਂ ਰਹਿਣਗੀਆਂ। ਪਰ ਯੈਸ ਡੈਂਸਿਟੀ ਵੱਧਦੀ ਜਾਏਗੀ, ਇਹ ਘੱਟ ਜ਼ਰੂਰ ਹੁੰਦੇ ਰਹਿਣਗੇ। ਇੱਕ ਕਹਿੰਦਾ ਨਾ ਜੀ, ਇੱਕ ਹੁੰਦਾ ਹੈ ਸਬਰਬਸ ਐਂਡ ਯੂ ਨੋ ਵੈਰੀ ਵੈਲ, ਇੱਕ ਹੁੰਦਾ ਹੈ ਐਗਜ਼ਰਬਸ। ਐਗਜ਼ਰਬਸ ਦਾ ਮਤਲਬ ਵੈਲਦੀ ਕਮਿਊਨਿਟੀਜ਼ ਗੋਇੰਗ ਬਿਯੋਂਡ ਦ ਸਬਰਬਸ। ਸਬਰਬਸ ਦੇ ਵੀ ਅੱਗੇ ਵੈਲਦੀ ਕਮਿਊਨਿਟੀਜ਼, ਫਾਰਮਲੈਂਡ ਵੱਡੇ ਵੱਡੇ ਰਿਚ ਉਹ ਵਾਲਾ ਮਾਹੌਲ, ਫਿਲਾਡੈਲਫੀਆ ਬੜਾ ਫੇਮਸ ਇੱਕ ਐਗਜ਼ਾਮਪਲ ਹੈਗਾ ਐਗਜ਼ਰਬਸ ਦਾ, ਉਹ ਵਾਲਾ ਮਾਹੌਲ ਇੱਥੇ ਬਣਨਾ ਸ਼ੁਰੂ ਹੋ ਜਾਏਗਾ। ਪਰ ਇਹ ਖਤਮ ਨਹੀਂ ਕੁਛ ਹੋਏਗਾ, ਸਿਨੈਰੀਓ ਚੇਂਜ ਹੁੰਦਾ ਰਹੇਗਾ ਬਸ। ਮੈਂ ਸਰ ਮੈਨੂੰ ਨਾ ਥੋੜਾ ਜਿਹਾ ਸ਼ੌਕ ਹੈ ਕਿ ਜਿਹੜੇ ਆ ਬਾਲੀਵੁੱਡ ਦੇ ਸਟਾਰਸ ਨੇ ਨਾ, ਜਿਹੜੇ ਘਰ ਖਰੀਦਦੇ ਵੇਚਦੇ ਰਹਿੰਦੇ ਨੇ, ਕਿੱਥੇ ਰਹਿੰਦੇ ਆ? ਸਚਿਨ ਤੇਂਦੁਲਕਰ ਕਿੱਥੇ ਰਹਿੰਦਾ ਹੈ? ਅਮਿਤਾਭ ਬੱਚਨ ਸਾਹਿਬ ਕਿੱਥੇ ਰਹਿੰਦੇ ਆ? ਐਸ਼ਵਰਿਆ ਰਾਏ ਕਿੱਥੇ ਰਹਿੰਦੀ ਹੈ? ਇਹ ਕਿਹੜੇ ਘਰ ਖਰੀਦਦੇ ਵੇਚਦੇ ਰਹਿੰਦੇ? ਮੈਂ ਥੋੜਾ ਜਿਹਾ ਦੇਖਦਾ ਰਹਿੰਦਾ ਇਹਨਾਂ ਤੇ, ਵੈਸੇ ਹੀ ਸ਼ੌਕ ਹੈ ਮੈਨੂੰ ਇਸ ਗੱਲ ਦਾ। ਅੱਛਾ, ਹੁਣ ਮੈਂ ਦੇਖ ਰਿਹਾ ਸੀ ਰਣਵੀਰ ਸਿੰਘ ਨੇ, ਜਿਹੜਾ ਐਕਟਰ ਰਣਵੀਰ ਸਿੰਘ, ਉਹਨੇ 119 ਕਰੋੜ ਦੀ ਇੱਕ ਅਪਾਰਟਮੈਂਟ ਲਿਆ, 119 ਕਰੋੜ ਦਾ, ਦੇਖ ਲਓ। ਤੇ ਹਾਂ ਅਪਾਰਟਮੈਂਟ ਹੈ। ਅੱਛਾ, ਅਮਿਤਾਭ ਬੱਚਨ ਸਾਹਿਬ ਨੇ ਰੀਸੈਂਟਲੀ ਅਪਾਰਟਮੈਂਟ ਲਿਆ ਸੀ ਉਸ ਬਿਲਡਿੰਗ 'ਚ ਜਿੱਥੇ ਕਿ 14 ਕਰੋੜ ਤੋਂ ਅਪਾਰਟਮੈਂਟ ਸ਼ੁਰੂ ਹੁੰਦੇ ਸੀ। ਉਸ ਤੋਂ ਉੱਤੇ ਕੋਈ ਤੁਸੀਂ ਕਹੋ ਜੀ 10 ਕਰੋੜ ਆ, ਮੇਰੇ ਕੋਲ ਉਸ ਅਪਾਰਟਮੈਂਟ ਮਿਲਦਾ ਨਹੀਂ ਹੈ। ਪਰ ਐਨੀਵੇ
ਅਮਿਤਾਭ ਬੱਚਨ ਸਾਹਿਬ ਦਾ ਜਿਹੜਾ ਘਰ ਆ ਜਲਸੇ ਦੇ ਪਿੱਛੇ ਇੱਕ ਬੰਗਲੋ ਸੀਗਾ, ਉਹਨਾਂ ਕੋਲ ਬੰਗਲੋ ਬਥੇਰੇ ਹੈਗੇ ਨੇ, ਜਲਸੇ ਦੇ ਪਿੱਛੇ ਇੱਕ ਬੰਗਲੋ ਸੀ, ਉਹ ਉਹਨਾਂ ਨੇ 50 ਕਰੋੜ 'ਚ ਖਰੀਦਿਆ ਜਲਸੇ ਦੇ ਪਿਛਲੇ ਪਾਸੇ। ਮੇਰਾ ਸਵਾਲ ਬੜਾ ਸਿੰਪਲ ਹੈ ਕਿ ਸਰ ਅੱਜ ਰਣਵੀਰ ਸਿੰਘ 114 ਕਰੋੜ ਦਾ ਅਪਾਰਟਮੈਂਟ ਵੀ ਖਰੀਦ ਰਿਹਾ, ਅਪਾਰਟਮੈਂਟ 14 ਕਰੋੜ 15 ਕਰੋੜ 20 ਕਰੋੜ ਦੇ ਮਿਲ ਰਿਹਾ। ਬੰਬੇ 'ਚ ਧੜਾ-ਧੜ ਬੜੀਆਂ ਬਿਲਡਿੰਗਸ ਬਣ ਰਹੀਆਂ, ਅਪਾਰਟਮੈਂਟ 'ਚ ਲੋਕ ਰਹਿੰਦੇ ਨੇ ਅੱਜ ਕੱਲ੍ਹ ਜ਼ਿਆਦਾਤਰ। ਉਹ ਕਹਿੰਦੇ ਕਿਉਂ? ਕਿਉਂਕਿ ਉਹ ਬੰਗਲੋ ਮਿਲਦਾ ਹੀ ਨਹੀਂ ਹੈਗਾ, ਆਮ ਬੰਦਾ ਖਰੀਦ ਨਹੀਂ ਪਾਉਂਦਾ। ਸਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਆ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਵੀ ਦੋਨੋਂ ਚੀਜ਼ਾਂ ਕਿ ਬੰਗਲੋ ਜਿਹੜੇ ਆ ਉਹ ਵੀ ਜਿਹੜੇ ਬੜੇ ਘਰ ਨੇ 2 ਮਿਲੀਅਨ 4 ਮਿਲੀਅਨ ਇਹ ਵੀ ਮਹਿੰਗੇ ਹੁੰਦੇ ਚਲੇ ਜਾਣਗੇ, ਔਰ ਜਿਹੜੇ ਅਪਾਰਟਮੈਂਟ ਆ ਮੇਰੀ ਤੁਸੀਂ ਮਾਸਟਰ ਗੁਰੂ ਆ, ਮੈਨੂੰ ਕਰੈਕਟ ਕਰਨਾ ਜੀ ਮੈਂ ਗਲਤ ਕਹਿ ਰਿਹਾ, ਮੈਨੂੰ ਏਦਾਂ ਲੱਗਦਾ ਹੈ ਕਿ ਪਿੱਛੇ ਜੀ ਅੱਜ ਕਿਸੇ ਬੰਦੇ ਨੂੰ ਦਿਖਾ ਰਹੇ ਕਿ ਜੀ ਆਹ 7 ਲੱਖ ਦਾ ਹੈ ਕੋਂਡੋ, ਤੇ ਉਹ ਕਹਿੰਦਾ ਜੀ ਅੱਛਾ ਕੋਂਡੋ 7 ਲੱਖ ਦਾ ਐਡਾ ਮਹਿੰਗਾ ਹੋ ਸਕਦਾ? ਅੱਜ ਤੋਂ ਜ਼ਿਆਦਾ ਨਹੀਂ 15-20 ਸਾਲ ਬਾਅਦ ਉਹ ਬੰਦਾ ਕਹੇ ਜੀ 3-3 ਮਿਲੀਅਨ ਦੇ ਇੱਥੇ ਕੋਂਡੋ ਮਿਲ ਰਹੇ ਨੇ, ਉਹ ਬੰਦਾ ਕਹੇ ਕਮਾਲ ਹੋ ਗਈ ਯਾਰ, ਉਦੋਂ ਮੈਨੂੰ 7 ਲੱਖ ਦਾ ਮਿਲਦਾ ਸੀ ਮੈਂ ਲਿਆ ਨਹੀਂ। ਬਿਲਕੁਲ ਠੀਕ ਕਹਿ ਰਹੇ ਸਰ। ਮੈਂ ਇੱਕ ਤੁਹਾਨੂੰ ਆਪਣਾ ਐਗਜ਼ਾਮਪਲ ਦੇ ਦੇਣਾ, ਇੱਕ ਮੈਂ ਤੇ ਰਮਨ ਅਸੀਂ ਜਾਣ ਤੋਂ ਪਹਿਲੇ ਨਾ ਸੋਚਿਆ ਇੱਕ ਸਕਾਲਰ 50 ਸਕਾਲਰ ਦੇ ਅੰਦਰ ਇੱਕ ਕੋਂਡੋ ਲੈ ਲੈਂਦੇ ਆ। ਉਹ ਤੁਹਾਨੂੰ ਯਾਦ ਹੋਏਗਾ, ਤੁਹਾਨੂੰ ਵੀ ਯਾਦ ਹੋਏਗਾ, ਤੁਸੀਂ ਭੇਜਿਆ ਸੀਗਾ ਜਦ ਟੂਟੋ ਸਾਹਿਬ ਨਾਲ ਅਸੀਂ ਲੋਕ ਜਦ ਇੰਡੀਆ ਗਏ ਸੀਗੇ, ਰਾਈਟ? ਐਂਡ ਆਈ ਥਿੰਕ ਦੈਟ ਵਾਸ ਦ ਈਅਰ 2018 ਸੀ, ਮੇਰੇ ਖਿਆਲ ਫਰਵਰੀ ਦੀ ਗੱਲ ਸੀਗੀ ਸ਼ਾਇਦ, ਠੀਕ ਹੈ? 18 ਦੀ ਗੱਲ ਸੀ, 19 ਦੀ ਯਾਦ ਮੈਨੂੰ ਯਾਦ ਨਹੀਂ ਹੈਗਾ, 18 ਜਾਂ 19। ਤੇ ਅਸੀਂ ਸਮਾਲੈਸਟ ਕੋਂਡੋ ਇਨ 50 ਸਕਾਲਰ ਦੇ ਲਿੱਤਾ 3-3 ਮਿਲੀਅਨ ਦਾ। ਫਸਟ ਟਾਈਮ ਇਨ ਮਾਈ ਲਾਈਫ ਮੈਨੂੰ ਲੱਗਿਆ ਯਾਰ ਮੈਂ ਬਹੁਤ ਵੱਡੀ ਗਲਤੀ ਕਰਤੀ। ਬਿਲਡਿੰਗ ਦਾ ਸਭ ਤੋਂ ਛੋਟਾ ਕਾਂਡੋ 2 ਬੈਡਰੂਮ ਦਾ ਸੀਗਾ, 3.1 ਮਿਲੀਅਨ ਦਾ ਲੈ ਲਿਆ ਯਾਰ। ਸਰ ਅਸੀਂ 20% ਪੇਮੈਂਟ ਦਿੱਤੀ 6 ਲੱਖ, ਸਾਨੂੰ ਲੋਕੀ ਤੋਂ 6 ਲੱਖ ਪ੍ਰੋਫਿਟ ਦੇ ਰਹੇ ਨੇ। ਸਾਨੂੰ ਲੱਗਦਾ ਜੀ ਛੋਟਾ ਵੀ ਲਿੱਤਾ ਵੱਡਾ ਲੈ ਲੈਂਦੇ। ਦੂਜੀ ਗੱਲ, ਕਾਂਡੋ ਦੇ ਉੱਤੇ ਕੀਮਤਾਂ ਜ਼ਿਆਦਾ, ਲਗਜ਼ਰੀ ਕਾਂਡੋ ਦੇ ਉੱਤੇ ਰਿਵਾਜ ਜ਼ਿਆਦਾ ਵਧ ਰਿਹਾ ਹੈ, ਉਹਦੀ ਕੀਮਤਾਂ ਜ਼ਿਆਦਾ ਤੇਜ਼ ਵਧ ਰਹੀਆਂ ਨੇ ਬਜਾਏ ਬੰਗਲੋਜ਼ ਦੇ। ਇਸ ਕਰਕੇ ਬੰਗਲੋਜ਼ ਦੇ ਅੰਦਰ ਡੈਂਸਿਟੀ ਵਾਲੇ ਪ੍ਰੋਜੈਕਟ ਮਲਟੀ ਯੂਨਿਟ ਆਉਣੇ ਸ਼ੁਰੂ ਹੋ ਗਏ ਨੇ, ਕਿਉਂਕਿ ਕਾਂਡੋ ਦਾ ਇੱਕ ਆਪਣਾ ਲਾਈਫ ਸਟਾਈਲ ਹੈ, 5 ਸਟਾਰ ਤੋਂ ਵੀ ਬੈਟਰ ਲਾਈਫ ਸਟਾਈਲ ਹੈ, ਹੈਲਦੀ ਆਪਣਾ ਸਵਿਮਿੰਗ ਪੂਲ, ਹੈਲਥ ਕਲੱਬ, ਸਿਕਿਉਰਿਟੀ ਬੜੀ ਵੱਡੀ ਹੈ, ਉਹਦੇ ਅੰਦਰ ਲੋਨ ਹੈ। ਇਹ ਉਹ ਤੁਹਾਨੂੰ ਯਾਦ ਹੋਏਗਾ ਜਿੱਥੇ ਸਾਡਾ ਵੀ ਕਾਂਡੋ ਹੈਗਾ ਤੇ ਅਰਾਲੀਆ, ਜਿੱਥੇ ਸੈਕਟਰ ਸਾਹਿਬ ਨੂੰ ਬੜੀ ਜਗ੍ਹਾ ਤੇ ਜਾਂਦੇ, ਜਿੱਥੇ ਖਬਰ ਆਈ ਸੀ ਅੱਜ ਤੋਂ 4 ਸਾਲ ਪਹਿਲੇ ਕਿ ਹੁੱਡਾ ਨੇ ਇਹਨਾਂ ਨੂੰ ਕੀ ਵਡੇਰਾ ਨੂੰ ਇੱਕ ਕਾਂਡੋ 100 ਕਰੋੜ ਦਾ ਗਿਫਟ ਕਰਤਾ। ਯਾਦ ਹੋਏਗਾ ਤੁਹਾਨੂੰ ਖਬਰ, ਤੁਹਾਡੀ ਵੀ ਇੱਥੇ ਨਿਊਜ਼ ਦੀ ਆਈ ਸੀਗੀ। ਹੁਣ ਦੇਖੋ 100 ਕਰੋੜ ਦਾ ਹੈ ਨਾ ਕਾਂਡੋ ਉੱਥੇ ਜਿੱਥੇ ਸੈਕਟਰ ਸਾਹਿਬ ਹੋਰੀ ਰਹਿੰਦੇ, 100 ਕਰੋੜ ਦੇ ਕਾਂਡੋ ਹੈਗੇ ਨੇ ਇੱਥੇ ਬਗਨੋਲੀਆ ਔਰ ਅਰਾਲੀਆ, ਕਮੀਲੀਆਸ, ਇਹ ਗੁਰਗਾਵਾਂ ਹੈਗੇ ਨੇ ਉੱਥੇ। ਵਰਸਟ ਉੱਥੇ ਜਾ ਕੇ ਆਦਮੀ ਕਹਿੰਦਾ ਕਿ ਇਹ ਤੇ ਧਰਤੀ 'ਚ ਨਹੀਂ ਹੈਗਾ, ਕਿਤੇ ਸਵਰਗ 'ਚ ਬੈਠਾ ਹੈ, ਇਟ ਇਜ਼ ਆਊਟ ਬਿਯੋਂਡ ਸਮਥਿੰਗ ਐਲਸ। ਪਰ ਜਿਹਨੂੰ ਉੱਥੇ ਸਾਰੀ ਗੋਲਫ ਕੋਰਸ ਥੱਲੇ ਗੋਲਫ ਕੋਰਟ ਖੜੀ ਹੈ ਤੁਹਾਨੂੰ ਲੈਣ ਵਾਸਤੇ ਆਉਂਦੀ ਹੈ, ਥੱਲੇ ਕਲੱਬ ਨੇ 5 ਸਟਾਰ ਜਾਣਾ ਆਣਾ, ਉਹ ਡਿਫਰੈਂਟ ਕਮਿਊਨਿਟੀਜ਼ ਰਹਿਣ ਵਾਲੀਆਂ ਨੇ, ਬਹੁਤ ਵੱਡੇ ਬੈਠੇ ਨੇ। ਅੱਜ ਤੋਂ ਕਰੀਬ 10 ਸਾਲ ਪਹਿਲੇ ਜਦ ਮੈਂ ਇੱਕ ਕਾਂਡੋ 5800 ਕਿਰਾਏ ਤੇ ਚੜਾਇਆ ਸੀ ਡਾਊਨਟਾਊਨ ਦੇ ਅੰਦਰ, ਤਹਿਲਕਾ ਮਚ ਗਿਆ ਸੀਗਾ, ਲੋਕਾਂ ਨੇ ਉਂਗਲੀ ਰੱਖ ਲਈ। ਔਰ ਇੱਕ ਸਟੂਡੈਂਟ ਨੂੰ ਚੜਾਇਆ ਸੀ, ਹਾਂਗਕਾਂਗ ਦਾ ਸਟੂਡੈਂਟ ਸੀਗਾ, ਇੰਟਰਨੈਸ਼ਨਲ ਸਟੂਡੈਂਟ, $58,000 ਕਿਰਾਇਆ 10 ਸਾਲ ਪਹਿਲੇ ਸਰ, 10 ਸਾਲ ਪਹਿਲੇ ਕਿਰਾਏ ਤੇ ਚੜਾਇਆ। ਹੈਰਾਨਗੀ ਦੀ ਗੱਲ ਸੀ, ਲੇਕਿਨ ਉਹਨਾਂ ਵਾਸਤੇ ਉਹ ਪੀਨਟ ਹੈ। ਹਰ ਬੰਦੇ ਦਾ ਆਪਣਾ ਇੱਕ ਦਾਇਰਾ ਹੈ, ਹਰ ਬੰਦੇ ਦਾ ਆਪਣਾ ਇੱਕ पोर्टफोलियो है, हर बंदे का अपना एक अपना जो है ना लाइफ स्टाइल है, वो अपने हाल रहते हैं। असं मैच नहीं कर सकते। इसी करके भाई साहब ने मैं क्या कि देखिए अपनी नजर से देखो, दूसरों की नजर से क्या देखते हो, तो हमारी हैसियत है उस हिसाब से आप देखो, यू बी वेरी हैप्पी। जरूर होएगा। और कौन मिलेंगे जो अमेरिका, न्यूयॉर्क, मैनहट्टन पर्या नाल इकते रईस 7-8 8 9 मिलेंगे आम कौन ने थे रिवाज लाइफ स्टाइल चेंज हो रहा सर, तो कुछ नहीं। ठीक है जी। कमलेश पांड्या जी तुम ऑन दे रहो। ये प्रोग्राम अच्छा चल रहा है। सबरवाल साहब, मेरा काम ऐसा है कि मैं जो टोरंटो डाउनटाउन में जितनी कॉर्पोरेट ऑफिस वगैरह है ना, उधर मैं प्लांट्स लगाता हूँ, इंडोर प्लांट्स, जर्मन से प्लांटर आते हैं, फ्लोरिडा से प्लांट्स, रियल प्लांट्स लगाता हूँ, बड़े बड़े ट्री लगाता हूँ। और मैं 20 साल से बिजनेस में हूँ टोरंटो में जी। तो मैं 80 यॉर्कविल्स वगैरह एरिया में बहुत काम करता हूँ, प्राइवेट रेसिडेंस में, जहाँ उनके कॉन्डो आपको मालूम है यॉर्कविल से। मेरे क्लाइंट है उधर 12-12, 15-15 हजार डॉलर किराया दे के 22-25 साल के लड़के रहते हैं जो सीईओ कंपनी के, छोटी छोटी कंपनियों के सीईओ है, और वो लोग 15-20 हजार किराया देते हैं। मैं जब प्लांट का काम करने जाता हूँ ना, तो सपोज 1000 का बिल होता है, $500 टिपिंग कर देते हैं मेरे वर्कर को, $400 देखा आपने। देखो 15-20 हजार डॉलर किराया महीने का, 25 साल के। हाँ, वो एक सीईओ मेरा जो उसका ये बिटकॉइन टाइप का कंपनी, क्रिप्टो करेंसी का, उसके घर में काम करने गया। उसने थोड़े बोले मुझे माई सेल्फ मुझे अच्छा नहीं लगता, थोड़े प्लांट मुझे ले आई चाहिए। मैंने लगाया, काम कर दिया। फिर मैंने उसको पूछा तू बाय दिस वन, कहते मैं रेंट कर रहा हूँ। 12,000 रेंट दे रहा है, वो लड़का है, छोटा सा लड़का है। तो रियल एस्टेट में तो मुझे नहीं लगता कोई लिमिट है, कोई टाइम है कि ये टाइम अच्छा है, ये टाइम खराब। आपने अगर सुना होगा, बहुत सालों से इसमें है, तो KR शाही, कुलदीप राय शाही, अपना इंडियन है जो कानपुर से है। ही वॉज वन टाइम 4th बिलियनर ऑफ द कैनेडा, रिचेस्ट बिलियनर। अभी भी वो पहले 2000 लिस्ट में आता है। KR शाही जो मोरगढ़ कॉर्पोरेशन का CEO है, उसने मॉन्ट्रियल
2012 में जब रिसेशन आया 1975-76 में जब प्रॉपर्टी लेनी चालू की, वाज वर्किंग इन टीडी, राइट? आप कभी गूगल कर लेना KR शाही, कुलदीप राय शाही, आप जी देखना, उस बंदे ने अभी तो इज 70 ईयर्स, मैं उसका भी काम करता हूँ, लेकिन उसने जो जब मॉन्ट्रियल में रिसेशन आया तब से प्रॉपर्टी लेनी चालू की। आज मोरगार्ड कॉर्पोरेशन $12 बिलियन का कॉर्पोरेशन है। तो प्रॉपर्टी में तो मुझे लगता नहीं है कि कोई भी टाइम खराब है या कोई भी टाइम सही है, सब टाइम सही है इसमें क्लासिफिकेशन है ही नहीं किसी। और लोग देते पैसा टोरंटो डाउनटाउन में, यॉर्कपुल एरिया में वगैरह में कॉन्डो देखो 7 मिलियन 10 मिलियन 8 मिलियन के कॉन्डो होते हैं। वो फिर वो अपनी पर्सनल चीज भी कैटलॉग से परचेस करते हैं। वो कहीं वॉलमार्ट से थोड़ा अपना बाथ टॉवल लेने जाएंगे, उनका बाथ टॉवल होता है $500 का, $400 का। एवनी रोड पे सर एक पॉल एंड कंपनी करके, उसके मैं प्लांटर का काम करता हूँ। उधर जब जाओ स्टोर में तो आपको ऐसे एंट्री नहीं मिलती है, आपको ऑनलाइन जाके रजिस्ट्रेशन करो, अंदर जाओ, अंदर जाके फिर आपको देखो आपको कौन सी चीज लेनी है। जब आदमी घर में आता है और घर में चाबी रखने के लिए जो ट्रे यूज होती है, वो ट्रे उधर $400 से स्टार्ट हो। $400 की ट्रे में आप रखो। पिलो देखो 2-2000 के पिलो होते हैं। टोरंटो बड़ा रिच सिटी है, बड़ा रिच सिटी है। लेकिन मैं एक छोटा सा एग्जाम्पल देता हूँ, छोटा सा एग्जाम्पल। जीतू जी तुम इन्होंने भी जानते हो, कंफर्ट होम्स, मेरे फर्स्ट कजन है, उन्होंने बेटा ऑटोमेशन कर रहा है, घर के अंदर ऑटोमेशन। मैं छोटी सी ऑटोमेशन, मेरे सामने बड़ी बड़ी ऑटोमेशन कराई, $1 लाख देता। तो मैं कल कह रही थी, मैं कहा यार विक तू यार मरवाता है, $1 लाख खर्च करवाता है ऑटोमेशन अंदर। मैं कितने रिमोट चलाता लगा, उन्हें एग्रीमेंट करके दिखाया, 4 मिलियन की ऑटोमेशन कर दे अंदर। बोलो क्या बात है? 4 मिलियन। कहना अंकल ये देखो 4 मिलियन के। और वो कौन है? वो गाजर कैरेट के बहुत बड़े प्रोड्यूसर है। बस आगे मैं नाम नहीं लूंगा बिकॉज ऑफ प्राइवेसी। कैरेट गाजर किसान है ना जी। तो इतना रिच सिटी है सर, इतना रिच। 4 मिलियन ऑटोमेशन, मुझे बता दीजिए आप। तो इसीलिए ये कहना कि भाई ये घर खत्म हो जाएंगे या कम हो जाएंगे, डिफरेंट तो फर्क तो आता रहेगा, लेकिन बहुत बैठे हैं। जब मैं किसी भाई साहब को, काश वो सुन रहे होते, कल ही की बात है, मैंने उनको 5000 किराया बताया, तो वो सच्चे है, वो ठीक है, बिल्कुल ठीक है, क्योंकि नोबडी विल बी। अब देखिए ये कह रहे हैं 25-25 साल के लड़के, 20-20, 30-30 साल के, 25-30 साल लड़के 15-15, 18-18 हजार किराया दे रहे हैं। हम चढ़ाते हैं, हम खुद हैरान होते हैं कि ये इतना किराया देते हैं, इतना किराया देते हैं यार, साल का जिसे कहते हैं $2 लाख किराया देते हैं। और यहाँ पर तो 3-3 लाख 4 लाख के मकान लोगों को बेचारों को नहीं मिल रहे। नहीं, क्योंकि अपनी कम्युनिटी सर नहीं है ना एक कंट्री में। और टोरंटो बहुत रिच सिटी है, बहुत डीप सिटी है, बहुत उसमें बहुत पैसे वाले, अपने इंडियन भी बहुत पैसे वाले हैं यहाँ पे, तो काफी सालों से आए, बहुत नाम कमाया लोगों ने। सबको अपनी अपनी अपॉर्चुनिटी मिलती रहती है। टोरंटो जब 2003-4 में मैं आया, तब जब 4-5 लाख के मकान मिल रहे थे, तब तो इंडिया में $5 लाख के मुंबई या दिल्ली में घर नहीं मिल रहे थे। आज आपको अगर मुंबई में घर लेना है या दिल्ली में घर लेना है, आपको कितना पैसा चाहिए मालूम है? यहाँ ले सकते हो आप, उधर नहीं ले सकते, यहाँ ले सकते हो। तो अभी भी ठीक है, अभी भी माहौल बहुत अच्छा है प्रॉपर्टी लेने के लिए। इतना बड़ा रिच सिटी है, इतनी बड़ी इकोनॉमी वाला सिटी है, तो कनाडा भी इज अ गुड कंट्री, तो रहेगा वो तो। थैंक यू वेरी मच। जी थैंक यू। आपने पांडे साहब बात की अपनी रे शाही जी की, तो रे शाही कनाडा में टोटल, मैं अभी पहले भी बात कर रहा था रेडियो पे, हम पहले भी इसकी बड़ी डिटेल डिस्कशन की थी कि कनाडा में 67 बिलियनर्स हैं। कनाडा में टोटल 67 स्टार्ट कहते हैं पंजाबी 67, उसमें से कुलदीप रे शाही भी एक बिलियनर है आउट ऑफ दो 67 बिलियनर। लेकिन अगर बिलियनर की बात करूं तो 3 ही इंडियन ओरिजिन के बिलियनर्स हैं। एक आपने ले दिया नाम रे शाही का, बाकी 2 हैं, एक अपूर्वा मेहता है और एक है बिल मल्होत्रा। बिल मल्होत्रा कंस्ट्रक्शन के काम में है। अपूर्वा मेहता ने कम से कम 10-15 बिजनेसेस किए, कामयाब नहीं हुए, फिर इंस्टाकार्ट उन्होंने लॉन्च किया। इंस्टाकार्ट मेड हिम अ बिलियनर बन गए। तो 200 मिलियन वाले, 300 मिलियन वाले तो बहुत है। अभी मैं नाम नहीं लूंगा, वही फॉर प्राइवेसी रीजन। देयर इज अनदर फीमेल, आज मेरे ख्याल से कम 600 मिलियन की हो चुकी है। दैट्स हर नेट एसेट, 600 मिलियन की है। मैं रिसेंटली भी उनके घर डिनर पर भी गया था। शी इज एस्पायरिंग टू बिकम द फर्स्ट वुमेन बिलियनियर, पहली महिला बिलियनियर कनाडा की वो बनने की बात कर रही हैं। लेकिन 3 अभी इंडियन ओरिजिन के अभी 3 ऑफिशियली, अभी और भी आ जाएंगे लिस्ट में, आप देखेंगे अभी 5-7 हो जाएंगे आने वाले 2-4 साल में। कुछ मेरा ख्याल है कि शायद उनका नाम ऑफिशियली नहीं आया, मैं 1-2 जनों को जानता हूं जो इसमें आ जाएंगे, बट जो ऑफिशियली आ चुके हैं उसमें सबसे ऊपर है अपने अपूर्वा मेहता, और उनका तो तकरीबन 3.5 बिलियन के आसपास है। आप फोर्ब्स मैगजीन पढ़िए अपूर्वा मेहता के बारे में, अमेरिका में फोर्ब्स मैगजीन उनको लिस्ट करती है अपूर्वा मेहता को, 3.5 बिलियन है पर पहुंच गए वो। दूसरा अपना बिल मल्होत्रा है, रोटवा का इसमें कंस्ट्रक्शन के काम है, वो 1.8 बिलियन 2 बिलियन के आसपास है वो। ये रे शाही तीसरे नंबर पर है, 3rd इंडियन है। 1-2 और है, अब मैं नाम इसलिए नहीं लूंगा क्योंकि फोर्ब्स ने अभी नहीं उनको कहा, तो 1-2 और भी हैं, तो 5 तो ऑलरेडी होंगे। आने वाले टाइम में 5-7 और आप देखेंगे इंडियन बिल। 200 मिलियन, 100 मिलियन, 500 मिलियन, 600 मिलियन वाले तो बहुत काफी मिल जाएंगे आपको, 100 मिल जाएंगे कम से कम इंडियन ओरिजिन के। तो अपनी कम्युनिटी ने बहुत तरक्की की है, बड़ी खुशी होती है सबको देख के। और मैं ये भी कहूंगा कि वो लोगों को इंकरेज करते हैं, इंस्पायर करते हैं, बहुत अच्छा काम भी करते हैं, तो अच्छा लगता है ये सारा कुछ देख के। हाँ जी।
ਅਸੀਂ ਗੱਲ ਕਰ ਰਹੇ ਸੀਗੇ ਕਿ ਬਿਲੀਅਨੇਅਰਸ ਦੀ ਇਹ ਸਾਰੀ ਚੀਜ਼ਾਂ ਦੀ। ਠੀਕ ਹੈ ਜੀ, ਕੰਟਰਾਸਟਿੰਗ ਵਿਊ ਪੁਆਇੰਟ ਹਮੇਸ਼ਾ ਮੈਨੂੰ ਗਿਆਨ ਮਿਲਦਾ ਹੈ ਪ੍ਰੀਤ ਜੀ ਤੋਂ, ਮੇਰੀ ਵਾਈਫ ਤੋਂ, ਔਰ ਮੈਂ ਤੁਹਾਡੇ ਵਿਚਾਰ ਵੀ ਲਵਾਂਗਾ। ਉਹ ਕਹਿੰਦੇ ਜੀ ਤੁਸੀਂ ਲੋਕ ਆਪਣੀ ਮਾਈਂਡ, ਬੋਡੀ ਔਰ ਸੋਲ, ਇਹ ਰੋਜ਼ ਤੁਸੀਂ ਲੋਕ ਕੀਮਤ ਅਦਾ ਕਰਦੇ ਹੋ, ਰੋਜ਼ ਆਪਣੇ ਮਾਈਂਡ, ਬੋਡੀ ਔਰ ਸੋਲ ਕੀਮਤ ਅਦਾ ਕਰਦੇ ਹੋ। ਜਿਹੜਾ ਤੁਸੀਂ $1 ਵੀ ਅਰਨ ਕਰਕੇ ਲਿਆਉਂਦੇ ਹੋ, ਇੱਕ ਲਿਮਿਟ ਤੋਂ ਬਾਅਦ ਖਾਣੀ ਤੋਂ ਰੋਟੀ ਹੈ। ਡਾਇਨਾਸੋਰਸ ਨੂੰ ਜਦੋਂ ਇਸ ਧਰਤੀ ਤੋਂ ਅਲਵਿਦਾ ਕਿਹਾ ਗਿਆ ਨਾ, ਤੇ ਉਹ ਡਾਇਨਾਸੋਰਸ ਨੂੰ ਪੁੱਛਿਆ ਨਹੀਂ ਗਿਆ ਵੀ ਤੁਹਾਡੇ ਕੋਲ ਕਿੰਨੀ ਤਾਕਤ ਹੈ, ਕਿੰਨੀ ਪ੍ਰੋਪਰਟੀ ਹੈ। 2 ਫੁਲਕੇ ਖਾਣੇ, ਆਰਾਮ ਦੀ ਜ਼ਿੰਦਗੀ ਜੀਓ, ਚੈਨ ਦੀ ਜ਼ਿੰਦਗੀ ਜੀਓ। ਜੀ ਪੀਕੇ ਜੀ, ਹੁਣ ਤੁਸੀਂ क्या आते हो? 100% सर, 100% ਤੁਸੀਂ ठीक कह रहे हो, क्योंकि अगर पैसा ही सब कुछ होता तो रईसों का सुसाइड रेट सबसे ज्यादा ना होता। गरीबों की सुसाइड रेट है पर इतना कम है, वो डिप्रेशन की बीमारी है। लेकिन रईसों के अंदर सुसाइड, क्योंकि उनके पास एक्साइटमेंट बची ही नहीं, टेंशन ही टेंशन, सिर दर्द ही सिर दर्द, सिर दर्द ही सिर दर्द। वो जो है ना उनको इस तरफ लेके जाती है कि भाई सुसाइड की तरफ लेके चली जाती है, बस बात खत्म। और वो मिलना ये मैटर ऑफ नंबर्स है कि भाई हाँ अब एक नंबर हो गया, मैं ये नंबर का हो गया, मैं वो नंबर का हो गया। अगर सच्ची पूछो तो इनके पास भी अगर जाके बैठो और बात करो तो वो आपको मेरा वाला वो डाले की बोलेंगे, वो जो मैं पहले बार बार बोलता हूँ, कहो तो दोबारा बोल देता हूँ, ख्वाहिशों के बोझ में तू क्या क्या कर रहा है, इतना तो जीना भी नहीं जितना मर रहा है। ये बिल्कुल बिल्कुल प्रिय जी ने ठीक बात बोली, इतना तो जीना भी नहीं जितना मर रहे हो, वही मौज करो ना। जो मजा मुझे वीकेंड में जाकर 2 दिन अपनी कॉटेज में आता है ना। और एक बड़ी खुशी की बात और बताऊं युद्धवीर जी, कॉटेज में मेरे कितनी किस्मत अच्छी है कि वहाँ पर फोन की लाइनें खराब है सारी। वहाँ पर फोन वहाँ पर पहुँचता ही नहीं, फोन नहीं पहुँचता। वो बेल का कनेक्शन रॉजर्स वाले कहते हैं ही नहीं, बेल वाले देते हैं, वहाँ पर कनेक्शन नहीं आता। सिर्फ वहाँ पर इंटरनेट वगैरह लिया हुआ, वो भी टेढ़ा मेढ़ा। तो मेरी वाइफ मेरे से ज्यादा खुश है। फोन को बंद करके देता हूँ क्योंकि फोन बचता ही नहीं। बस वो जो 2 दिन बीतते हैं ना, बस वो सबसे बड़ी रईसी है। क्या करते जा रहे हो ख्वाहिशों के चक्कर में, ये मिलियनर बिलियनर, वो अलग एक ब्रीड है। मैं तो कहता हूँ वो एक अलग ललक है, लालच है, एक अलग रेस है। मेरे बेस्ट फ्रेंड ही इज आल्सो अमंग द बिलियनर्स। आप बड़ी अच्छी तरह उनको मिले हुए, मिस्टर सहगल, आज सुबह भी उनसे बात हो रही थी। वो कहते हैं कुछ भी नहीं है, बकवास है, कुछ भी नहीं है। बस अब क्योंकि फंस गए हैं, वो ये कहते हैं, उनका डायलॉग बड़ा फेमस है, कहते पीके अब ये शेर की सवारी हो चुका है। ये दौड़ जो है ना रईसी की, ये शेर की सवारी हो चुकी है। शेर के ऊपर बैठे आप भागते जा रहे हो, तरक्की कर रहे हो। जैसे ही तुमने कोशिश करी शेर को रोकने की, वो शेर तुम्हें खा जाएगा। अब तुम्हारे पास कोई चॉइस नहीं है उस शेर के ऊपर भागने की। हम फंस गए हैं, हम वहां के फंस गए हैं कि अब हमारे पास चॉइस ही नहीं है। इस शेर की सवारी करनी है, भैरव माता बन के भागना है शेर के ऊपर। क्योंकि हमें पता है जैसे ही मैंने शेर को रोका, शेर सबसे पहले भूखा मुझे खा जाएगा। वाह, ये उनसे बात होती जी। बहुत प्यारी चीज, बहुत ਵਧੀਆ ਤਰ੍ਹਾਂ ਤੁਸੀਂ ਐਕਸਪਲੇਨ ਕਰ ਦਿੱਤਾ, ਬਹੁਤ ਵਧੀਆ ਤਰ੍ਹਾਂ, ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕਰਤਾ ਸਰ। ਮਤਲਬ ਜੇ ਹੁਣੇ ਥੋੜੀ ਦੇਰ ਪਹਿਲਾਂ ਕਪਿਲ ਜੀ ਕਹਿ ਕੇ ਗਏ ਨਾ, ਬਹੁਤ ਵਧੀਆ। ਜੇ ਸਿੱਖਣਾ ਚਾਹੀਏ ਤੇ ਅਸੀਂ ਪੀਕੇ ਜੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜੇ ਸੁਣ ਕੇ ਗੱਲ ਚੰਗੀ ਕਹਿ ਕੇ नहीं सीखना तो फिर जो मर्जी कर। मेरे को बड़ी ऑफर आती है सर, इतनी ऑफर आती है पीके जी, यहाँ पार्टनर बन जाओ, वहाँ पार्टनर बन जाओ। पीके जी यहाँ आप नाम ही लगा दो, आप यहाँ पे ज्यादा मत दो, 2-4 मिलियन ही दे दो, 1-2 मिलियन दे दो। अभी आपने देखा था मैंने 2 पार्टनरशिप होते तोड़ दी। एक पार्टनरशिप 35-40 मिलियन की थी, एक दूसरी भी 35-40 मिलियन की थी। मैंने लगभग तोड़ दिया, हट गया मैं बाहर। मैं कहा मैंने अब नहीं करना भाई, मैंने करना ही नहीं है। मैंने ऐसी जिंदगी जीनी है जिसमें मैंने किसी का देना नहीं है, बस बात खत्म। और रोटी मुझे बड़ी अच्छी मिलती है। अब वो 500 मिलियन की वर्थ रखता है, मान लीजिए। चलो मैं ज्यादा दूर के जाता हूँ, 10 मिलियन की बात ही करता हूँ। 10 मिलियन की वर्थ रखता है, तो मतलब 10 मिलियन की प्रॉपर्टी है, गाड़ियां रखी हुई है, पर उसने 3 मिलियन देना है। 10 मिलियन फिर भी 7 मिलियन है। एक दूसरा बंदा है जिसके पास प्लेन का घर है, देना कुछ नहीं, वो उससे कई गुना ज्यादा रईस है, जिसने 3 मिलियन देने हैं और 10 मिलियन की प्रॉपर्टी है। और दूसरा बंदा जिसने 1 मिलियन का प्रॉपर्टी रखी हुई है, देना किसी का नहीं है, उससे ज्यादा रईस इंसान नहीं है। अभी मैं नाम नहीं ले सकता, मेरे को भाई साहब अभी मिले 2-3 दिन पहले अपने बेटे के साथ और बेटी के साथ और वाइफ के साथ। मैं ऐसे बन गया जैसे मेरा फैमिली मेंबर है। वो मैं उनके साथ बैठा हूँ, मेरे लिसनर, आपके लिसनर है सर। वो मेरे को आगे बैठे, जब उन्होंने मेरे से बात करी, मैं उनके गले मिला हूँ। उनके घर 1.6-1.7 मिलियन का, 0 मॉर्गेज, यंग एज, 53-57, आई थिंक 60 की लगभग एज उनकी। मैंने कहा आप तो मेरे टारगेट से 7 साल पहले अपने मॉर्गेज 0 कर दी। मैंने कहा आप रिचेस्ट फैमिली हो इस कंट्री की, जिन्होंने इस उम्र में देना कुछ नहीं है, और आके वो कह रहे हैं अब थोड़ा स्पेयर हुआ है। अब मैं सोच रहा हूँ कि
मैं इन्वेस्टमेंट कर लूं। ये वो रईस लोग हैं सर, ना कि वो लोग जिनकी 10-10, 15-15, 20-20 मिलियन, 100-100 मिलियन की जायदादें हैं। घर में झगड़े चल रहे हैं। घर के अंदर झगड़े का कारण ही सिबलिंग का ये है, तलवारें निकाल रखी हैं कि प्रॉपर्टी में मुझे कितना मिलेगा। घर के अंदर समस्या ये है कि उसके अंदर बेटी ने वो बिजनेस संभाला हुआ है, बेटे ने वो संभाला हुआ, बेटा जेलसी कर रहा है कि बेटी कमा रही है तो मैं, मेरी बहन कमा रही है, उसका नाम ज्यादा हो रहा है, मैं कम कमा रहा हूँ, दूसरा छोटा सिबलिंग कह रहा है कि वो कमा रहा है। घर के अंदर इनके झगड़े इसी बात के चल रहे हैं। बाप बाप नहीं है, माँ माँ नहीं है, बहन बहन नहीं है, भाई भाई नहीं है, सिर्फ पैसे ही सब कुछ है। मेरे सामने इतने केस हैं, जब मैं इनको प्रॉपर्टी बेचता हूँ तो पहले तो इनके मैं झगड़े सुनता हूँ ध्यान से बैठ के, उस बात के भी मुझे बड़े पैसे मिल जाते हैं इनडायरेक्टली। पहले इनको सुनता हूँ एक घंटे बैठ के, बाप कुछ बकवास कर रहा है, माँ कुछ बकवास कर रही है, बेटा कुछ, बेटी कुछ, और इनके अंदर प्रॉपर्टी में झगड़े चल रहे हैं, फिर कोर्ट केसेस चल जाते हैं। ये क्या रिश्ता है मुझे बता दो यार, ये क्या रीसी है, ये क्या फैमिली है। मैं बार बार नहीं कहता क्या ही रिजवा से लड़ाई होगी, खुद में जाके कभी एक घर याद आया। स्वर्ग तो ये जहाँ रह रहे हो, और ये क्या खाक स्वर्ग है। ये रीसी के अंदर जो आप देखते हो ना, रोज स्टोरी पढ़ते, बड़े बड़े बिलियनर्स की बेटी ने सूट फल कर दिया, वो दगीज बन गई, बेटे ने ये कर दिया। ये पैसा तबाही लाकर देता है। शांति से जिंदगी करके अगर आपको 2 रोटी ठीक मिलती है, उससे ज्यादा रईस कोई नहीं है सर। मेरी वाइफ के हाथ की जब मैं मूंग की दाल, चावल और पुदीने की चटनी खाता हूँ, उससे अच्छा मुझे लेविश कुजीन कहीं नहीं मिलता, कहीं नहीं मिलता। जा जाके कई बार हमने देखा युद्धवीर जी, आप भी उन्हीं में से हो शायद, आप बिना खाना खाए वापस आ जाते हो, आप बिना खाए वापस आ जाते हो। कई बार मैं कई बार मेरे दोस्त कई बार मुझे रमन बोलते हैं, यार पवीर तुझे फंक्शन, उस फंक्शन तो हम इकट्ठे कहीं जाते हैं तो तुम चले गए। मगर यार बस मेरे को मूड ही नहीं है खाना वहाँ बैठ के खाने का, मैं तो घर जाके आराम से खाना खाऊंगा वाइफ के साथ, बड़ा मजा आएगा। घी के साथ रोटी खाने का मजा ही कुछ अलग है। उसके अंदर जिसे कहते हैं जीरे का तड़का लगाओ, हाँ बात ही कुछ और है। ठीक है, तो बात यह है कि रईसी की परिभाषा गलत, सॉरी मैं ज्यादा बोल गया, रईसी की परिभाषा ये हम लोग गलत लेके चल रहे हैं। हम लोग रईसी के अंदर पैसे लेके कहाँ से आ जाते हैं, मुझे तो बात समझ ही नहीं आती। रईसी तो वो है यहाँ पर परिवार एक खुशी खुशी जिंदगी जी रहा है एक कमरे के अंदर भी, वो रईसी है बस। नहीं तो बाप शिकागो बैठा है, माँ कोलालमपुर बैठी है, बेटा वहाँ बैठा है। अब ये क्वीन की बात भी सुन लो ना, आपको पता ना इनके वो पैलेस के अंदर अलग अलग इनके घर थे, तो अपार्टमेंट लेके डिनर करते थे अपने हस्बैंड के साथ। मैं स्टोरी पढ़ रहा था, क्वीन और उसका हस्बैंड फिलिप वो अपार्टमेंट लेके डिनर करते थे। क्या हस्बैंड वाइफ हुए यार, कहाँ के क्वीन कहाँ के राजा यार, मुझे समझ नहीं आ रही। जी बिल्कुल नहीं जी पीके जी, यही तो गल्ला, यही तो बातें आपकी सुनने में मजा आता है, यही तो चीजें जिससे आदमी बहुत कुछ सीख सकता है। ਅਸੀਂ ਕਈ ਵਾਰੀ ਗੱਲ ਕਹਿੰਦੇ ਆ ਕਿ ਵੀ ਆਰ ਬਲੈਸਡ ਟੂ ਹੈਵ ਯੂ ਵਿਦ ਅਸ। ਤੁਹਾਡੇ ਵਰਗਾ ਬੜਾ ਭਰਾ ਜਿਹੜਾ ਨਾ ਬਹੁਤ ਕੁਝ ਸਿੱਖ ਸਕਦੇ, ਕਿਉਂਕਿ ਲਾਈਫ 'ਚ एक्सपीरियंस और एक्सपोजर जो ਤੁਹਾਡਾ है वो कमाल, बहुत मजा आता है ये सारियां। बड़ा अच्छा लगता है, बड़ा देखने को जवानी भी ठीक है, मैंने भी ख्वाहिशें मेरी भी थी, मैं भी बड़ा ऊपर वाले का आशीर्वाद था, चीफ मिनिस्टर वगैरह घर आ जाते थे, हम भी चले जाते थे, शीला दीक्षित का टाइम था उस वक्त, उससे पहले का भी, तो बड़ा अच्छा रिलेशन थे, कमिश्नर थे, वो जवानी थी, वो 40 साल की उम्र थी, उससे भी कम की उम्र थी, बस वो तो ज्यादा बोल गया 35। तो ये होगा जी मिनिस्टर है जी, MP है जी, वो फला फला फला। जब इनके क्लोज पहुंचते थे तो पता चलता था ये तो बहुत ही पक्का है, ये तो बहुत ही गए गुजरे हैं, दूर के पहाड़ से सामने, अंदर गए तो कुछ। इसलिए यहाँ पर आके मैं, आपने देखा होगा, मैं बैक सीट में बैठ जाता हूँ, बड़े शौक से कहते हैं जी फलाना MP आ रहा है जी, फलाना वो आ रहा है जी, आ जाओ जी। मैं कई बार अवॉइड ही कर देता हूँ यार, मेरे शौक खत्म, मेरे को नहीं शौक है आके हाथ ला के क्या करूँ मैं यार, क्यों मुझे बताओ। जब मेरे अंदर घुसा, मैं अभी तक शायद जिंदा नहीं रहे, अभी MS फॉरिक आपको पता था, वो पांडिचेरी के चीफ मिनिस्टर थे, तो वो भी जब तक हम दूर तक करते थे, जब वो हमारे घर आए तो आगे एक दिन दहाड़े मार के जोर से रोने लगे। मैं क्या हुआ फरूख साहब, पता चला घर बड़ा उजरा हुआ है, 2 बेटियां बड़ी अच्छी सुकन्या और दूसरे का नाम था, एंड वाइफ वाज लाइक ए वेजिटेबल, वो पड़ी हुई है कई सालों से, बेचारी ठीक नहीं हो रही, बहुत दुखी इंसान। क्या करना है ऐसी चीफ मिनिस्ट्री को, मुझे बताओ आप। घर सुखी रहे, परिवार सुखी रहे और ऊपर वाले का आशीर्वाद रहे, वो सबसे रईस परिवार है बस। थैंक यू सो मच सर। सर युद्धवीर जी, मैं कमरे च कल्ला बैठा, लेकिन मेरा दिल कर रहा है मैं खड़ा होकर तालियां मारा। अरे मेरे छोटे भाई, नहीं मोगा, यू आर वेरी नाइस फैमिली मैन। हम तीनों असल में जब मैं आपको मिलता हूँ मोगा जी, आपको बड़ा मजा आता है देख के, आप इतने फैमिली ओरिएंटेड पर्सन है। और युद्धवीर जी का तो कहना है कि इनको तो अकेले मैंने कभी देखा ही नहीं, प्रीत जी साथ इनके हमेशा, बड़ा मजा आता है। आज जो आपने बोला है सर, मैं चुप करके सुन रहा था, और अब मेरी तरफ से स्टैंडिंग ओवेशन है आपको। थैंक यू सर, थैंक यू वेरी मच। बिल्कुल जी, स्टैंडिंग ओवेशन एंड सल्यूट। एंड मैं फिर वही गल दोहरावांगा कि वी आर ब्लेस्ड पंकज जी, वी आर ब्लेस्ड के साडे कोल
ਪੀਕੇ ਜੀ ਵਰਗਾ ਬੜੇ ਭਰਾ ਹੈਗੇ ਨੇ ਜਿਹੜੇ ਕਿ ਗਰਾਊਂਡਡ ਨੇ, ਇੰਨਾ ਜ਼ਿੰਦਗੀ ਜਿਹਨਾਂ ਨੇ ਦੇਖਿਆ, ਇੰਨੀ ਸਕਸੈਸ, ਇੰਨਾ ਸਾਰਾ ਕੁਛ ਹੈ, ਲੇਕਿਨ ਹਮੇਸ਼ਾ ਸਲਾਹ ਉਹ ਦੇਣਗੇ ਜਿਹੜੀ ਤੁਹਾਡੇ ਫਾਇਦੇ ਦੀ ਹੈ। ਔਰ ਮੈਂ ਤੇ ਇੱਕ ਗੱਲ ਬਾਰ-ਬਾਰ ਕਹਿਣਾ, ਅੱਜ ਫਿਰ ਕਹਿ ਦੇਣਾ ਹੁੰਦੀ ਹੈ, ਜਿੱਦਣ ਪੀਕੇ ਜੀ ਨੇ ਸਾਨੂੰ ਡਾਂਟਣਾ ਛੱਡ ਦਿੱਤਾ, ਜਿੱਦਣ ਪੀਕੇ ਜੀ ਅਸੀਂ ਮੰਨ ਲਾਂਗੇ ਵੀ ਪੀਕੇ ਜੀ ਹੁਣ ਸਾਨੂੰ ਪਿਆਰ ਨਹੀਂ ਕਰਦਾ। ਸਾਡੀ ਡਾਂਟ ਹੀ, ਇਹਨਾਂ ਦੀ ਜਿਹੜੀ ਡਾਂਟ ਹੈ ਨਾ, ਇਹਨਾਂ ਦੀ ਜਿਹੜੀ ਐਡਵਾਈਸ ਹੈ, ਉਹ ਸਾਨੂੰ ਮਿਲਦੀ ਰਹੇ, ਸਾਡਾ ਜੀਵਨ ਵਧੀਆ ਚੱਲਦਾ ਰਹੇਗਾ। ਇਹ ਮੈਂ ਸਾਫ਼ ਕਹਿਣਾ ਵੀ ਜਦੋਂ ਤੱਕ ਜੇ ਇਹਨਾਂ ਨੇ ਡਾਂਟਣਾ ਛੱਡਤਾ, ਕਹਿਣਾ ਛੱਡ ਦਿੱਤਾ, ਮਤਲਬ ਕਹਿਣਗੇ ਨਹੀਂ ਜਾ ਕੇ ਕਾਕਾ ਕਰ ਆਪਣੀ ਮਰਜ਼ੀ, ਹੁਣ ਤੂੰ ਠੀਕ ਹੈ। ਹਾਂ, ਇਹ ਬਹੁਤ ਇਹਨਾਂ ਦਾ ਸਾਨੂੰ ਆਸਰਾ ਹੈ, ਬਹੁਤ ਸਾਨੂੰ ਇਹਨਾਂ ਦਾ ਫਾਇਦਾ ਹੈ। ਔਰ ਪੀਕੇ ਜੀ ਜਿਹੜੀਆਂ ਗੱਲਾਂ ਤੁਸੀਂ ਅੱਜ ਕੀਤੀਆਂ, ਬਿਲਕੁਲ ਬਾਕੀ ਸਭ ਚੀਜ਼ਾਂ ਇੱਕ ਪਾਸੇ ਠੀਕ ਹੈ, ਵੀ ਆਲ ਐਸਪਾਇਰ ਫॉर ਗਰੋਥ ਵੀ ਜ਼ਰੂਰੀ ਹੈ, ਤਰੱਕੀ ਵੀ ਜ਼ਰੂਰੀ ਹੈ, ਕੁਝ ਕਰਨਾ ਵੀ ਜ਼ਰੂਰੀ ਹੈ, ਐਕਸਾਈਟਮੈਂਟ ਸਕਸੈਸ ਵੀ ਜ਼ਰੂਰੀ ਹੈ, ਬਟ ਉਹਨੂੰ ਬੈਲੈਂਸ ਕਿਸ ਤਰ੍ਹਾਂ ਕਰਨਾ ਹੈ, ਲਾਈਫ ਦੇ ਨਾਲ ਬੈਲੈਂਸ ਕਿੱਦਾਂ ਕਰਨਾ। ਬੈਲੈਂਸ ਜਿਹੜਾ ਵਿਗੜ ਗਿਆ ਨਾ, ਉਹ ਸਾਰਾ ਫਿਰ ਕੰਮ ਸਾਰਾ ਖਰਾਬ ਹੋ ਜਾਂਦਾ। ਪੈਸੇ ਦੇ ਪਿੱਛੇ ਫਿਰ ਉਹ ਕਹਿੰਦੇ ਨਾ ਦੌੜ। ਅੱਜ ਤੁਸੀਂ ਗੱਲ ਜਿਹੜੀ ਕਹੀ ਆ, ਉਹ ਸ਼ੇਰ ਤੇ ਬੈਠਣ ਵਾਲੀ ਗੱਲ, ਉਹ ਕਮਾਲ ਦੀ ਗੱਲ ਹੈ ਵੀ ਸ਼ੇਰ ਤੇ ਬੈਠ ਗਏ ਨਾ, ਉਹ ਫੇਰ ਉਹਨੇ ਰੁਕਣ ਦਾ ਔਖਾ ਦੌੜੋ ਹੁਣ ਨਹੀਂ ਤੁਸੀਂ ਰੁਕ ਸਕਦੇ। ਬੜੇ ਕੇਸ ਨੇ ਜਿਹਦੇ ਅੰਦਰ ਰਈਸ ਬਣਾ ਕੇ ਮਿਲਦੇ ਨੇ, ਵੱਡੇ ਨਾਮ ਨਹੀਂ ਰੱਖਦਾ ਬਿਕੋਜ਼ ਆਫ ਪ੍ਰਾਈਵੇਸੀ। ਉਹਨਾਂ ਦੇ ਮੈਂ 5-6 ਮਿਲੀਅਨ ਦੇ ਉਹਨਾਂ ਦੇ ਕਾਂਡੋ ਲੈ ਕੇ ਦਿੱਤੇ ਹੋਏ ਨੇ, ਜਿੱਥੇ ਟੋਪੀਆਂ ਟੰਗੀਆਂ ਹੋਈਆਂ ਨੇ, ਹੋਰ ਕੁਝ ਵੀ ਨਹੀਂ ਹੈਗਾ। ਮੈਂ ਉਹਨਾਂ ਦੇ ਮੂੰਹ ਸੁਣਿਆ ਹੈਗਾ कि यार मैं पैसे के कमाने में लग गया, बेटा बिगड़ गया, यार मैं पैसे के कमाने में लग गया, बेटी ड्रगिस्ट बन गई, यार मैं पैसे के कमाने में लग गया, बेटी ने सुसाइड कर ली, यार मैं पैसे के पीछे लगा रहा, बेटे से मेरी नहीं बनती। बड़े एग्जाम्पल में मैं कभी पर्सनली मिलोगे तो मैं बता दूंगा कौन थे, वो कौन है। उनसे ज्यादा मैंने दुखी, उनसे ज्यादा मैंने गरीब इंसान ही जिंदगी में देखा। जी बहुत शुक्रिया जी, थैंक यू। आखिरी कॉल लवांगे, फिर रैप अप करांगे। एक लास्ट कॉल। हाँ जी गिरीश जी, तुसी ऑन लास्ट कॉल फॉर द शो। जी युद्ध जी नमस्कार जी, पीके जी सबरवाल जी, बहुत अच्छी गल्लां सबरवाल साहब ने कीतियां ते स्टैंडिंग ओवेशन मेरे ते मेरी फैमिली वालों ही है, पीके जी ने स्पेशली। ਮੋਂਗਾ ਜੀ, ਅਸੀਂ ਲਾਸਟ ਵੀਕ ਗੱਲ ਕਰ ਰਹੇ ਸੀ, ਜਿਹੜੀ ਇਹਨਾਂ ਨੇ, ਮੈਨੂੰ ਲੱਗਦਾ ਹੈ ਪੁਰਾਣੀ ਪੋਲਿਸੀ ਜਿਹੜੀ ਦੁਬਾਰਾ ਮਾਰਕੀਟ 'ਚ ਲਿਆਂਦੀ ਹੈ, ਤੇ ਇਹਨੂੰ ਜਿੰਨਾ ਮਾਰਕੀਟ ਕਿੱਦਾਂ ਜਾ ਰਿਹਾ, ਪ੍ਰਮੋਟ ਕਿੱਦਾਂ ਕੀਤਾ ਜਾ ਰਿਹਾ, ਉਹ ਥੋੜਾ ਜਿਹਾ ਮੈਂ ਤੁਹਾਨੂੰ ਜਾਣਾ, ਤੁਸੀਂ ਪਲੀਜ਼ ਐਲੈਬੋਰੇਟ ਕਰੋ, ਕਿਉਂਕਿ ਮੈਨੂੰ ਇਹ ਪੋਲਿਸੀ ਦੇ ਵਿੱਚ ਨਾ ਜਿਹੜੀ ਕਹਿ ਰਹੇ ਆ ਵੀ ਵਿਨ ਸਿਚੁਏਸ਼ਨ ਹੈ, ਮੈਨੂੰ ਲੱਗ ਰਿਹਾ ਵੀ ਕੰਪਨੀਆਂ ਲਈ ਥੋੜੀ ਵਿਨ ਸਿਚੁਏਸ਼ਨ ਹੈ, ਜਿਹੜੀ ਮਿਨੀਮਮ ਗਰੰਟੀ ਵੈਲਿਊ ਕਹਿ ਰਹੇ ਆ। ਮੋਂਗਾ ਜੀ ਹਾਂਜੀ, ਲੈਟਸ ਸੇ ਜਿੱਦਾਂ ਹੁਣ ਐਟ ਦ ਏਜ ਆਫ 40, ਮੇਰੀ 40 ਈਅਰਸ ਏਜ ਹੈ, ਲੈਟਸ ਸੀ ਮੈਂ ਪ੍ਰੀਮੀਅਮ ਦੇਣਾ ਵੀ, ਮੈਨੂੰ ਨਹੀਂ ਪਤਾ ਵੀ ਕਿੰਨਾ 35,000 ਔਰ 80,000 40,000 ਐਟ ਦ 20 ਸਾਲ ਲਈ, ਔਰ ਉਹਦੀ ਜਿਹੜੀ ਮਿਨੀਮਮ ਗਰੰਟੀ ਵੈਲਿਊ 65 ਚ ਬਣ ਰਹੀ ਹੈ, ਹਾਫ ਆਫ ਦੈਟ ਫੁੱਲ ਅਮਾਊਂਟ, ਮਤਲਬ 1 ਲੱਖ ਦੀ ਪਾਲਿਸੀ ਤੇ ਮੈਨੂੰ 50,000 ਮਿਲ ਰਿਹਾ। ਪਹਿਲਾਂ ਤੇ ਮੈਨੂੰ ਲੱਗਿਆ ਰਿਟਰਨ ਹੀ ਬਹੁਤ ਘੱਟ ਹੈ ਇਹਦੇ ਵਿੱਚ, ਜਿਹੜੀ 20 ਸਾਲ ਬਾਅਦ ਰਿਟਰਨ ਮਿਲ ਰਹੀ ਹੈ। ਔਰ ਦੂਸਰਾ ਜਿਹੜਾ ਸਭ ਤੋਂ ਮਾਈਨਸ ਪੁਆਇੰਟ ਹੈ ਵੀ ਕੰਪਨੀ ਨੇ 1 ਲੱਖ ਦੀ ਪਾਲਿਸੀ ਦਿੱਤੀ ਮੈਨੂੰ, ਪ੍ਰੀਮੀਅਮ ਲਿਆ 1 ਲੱਖ ਤੇ ਐਟ ਦ ਏਜ ਆਫ 65 ਉਹ 50,000 ਦੇ ਕੇ ਬਾਹਰ ਹੋ ਰਿਹਾ, ਮਤਲਬ ਲਾਇਬਿਲਿਟੀ ਪੂਰੀ ਖਤਮ ਹੋ ਗਈ ਲਾਈਫ ਇੰਸ਼ੋਰੈਂਸ ਕੰਪਨੀ ਦੀ। 50,000 ਦੇ ਕੇ ਉਹਨਾਂ ਨੇ ਮੇਰਾ ਰਿਸਕ ਕਵਰ ਵੀ ਖਤਮ ਕਰਤਾ, ਸਭ ਕੁਝ ਖਤਮ ਕਰਤਾ ਉਹਨਾਂ ਨੇ ਮੇਰਾ। ਔਰ ਮੈਨੂੰ ਲੱਗਦਾ ਦੋ ਇਹ ਮਾਈਨਸ ਪੁਆਇੰਟ ਨੂੰ ਲੱਗੇ ਵੀ, ਇੱਕ ਤੇ ਇਹਨਾਂ ਦੀ ਜਿਹੜੀ ਐਪਰੀਸ਼ੀਏਸ਼ਨ ਜਿਹੜੀ ਅਸੀਂ ਅਮਾਊਂਟ ਦਿੱਤੀ ਹੈ ਉਹ ਬਹੁਤ ਘੱਟ ਹੈ, ਔਰ ਜਿਹੜੀ ਕੰਪਨੀ ਕਹਿ ਰਹੀ ਹੈ ਵੀ ਤੁਸੀਂ 50,000 ਲੈ ਕੇ ਬਾਹਰ ਹੋ ਜਾਓ ਤੇ ਸਾਡਾ ਖਤਮ ਹੋ ਗਈ ਪਾਲਿਸੀ, ਉਸ ਤੋਂ ਬਾਅਦ ਰਿਸਕ ਕਵਰ ਕੋਈ ਨਹੀਂ ਹੈਗਾ। ਔਰ ਜਿਹੜਾ ਦੂਸਰੀ ਗੱਲ ਹੈ, ਜੇ ਉਹ ਕਹਿ ਰਹੇ 90% ਅਸੀਂ ਇਹ ਪਾਲਿਸੀ ਚੋਂ ਲੈ ਰਹੇ ਹਾਂ ਤੇ ਉਹਦੇ ਤੇ ਆਪਾਂ ਇੰਟਰਸਟ ਪੇ ਕਰ ਰਹੇ ਹਾਂ, ਤੇ ਮੈਨੂੰ ਇਹਦੇ ਚ ਕੋਈ ਵੀ ਪੁਆਇੰਟ ਏਦਾਂ ਦਾ ਨਹੀਂ ਲੱਗਿਆ ਜਿਹੜਾ ਬੈਨੀਫਿਟ ਕਲਾਇੰਟ ਨੂੰ ਕਰੇ। ਤੁਸੀਂ ਕੀ ਦੇਖਦੇ ਹੋ ਮੋਂਗਾ ਸਾਹਿਬ? ਦੇਖੋ ਸਿੱਧੀ ਜੀ ਗੱਲ ਦੱਸਾਂ ਜੀ, ਇਹ ਪਾਲਿਸੀ ਕੋਈ ਵੀ ਗਲਤ ਨਹੀਂ ਹੁੰਦੀ, ਕੋਈ ਵੀ ਮਤਲਬ ਇਹ ਨਹੀਂ ਕਹਿ ਸਕਦੇ ਕਿ ਪਾਲਿਸੀ ਗਲਤ ਹੈ, ਲੇਕਿਨ ਕਿਸੇ ਨੂੰ ਸੂਟ ਕਰਦੀ ਹੈ ਕਿ ਨਹੀਂ ਕਰਦੀ ਉਹ ਚੀਜ਼ ਵੇਖਣ ਵਾਲੀ ਹੁੰਦੀ, ਉਹਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਵੇ। ਅਗਰ ਤੁਸੀਂ 100% ਸਹੀ ਹੋ, ਅਗਰ ਕੋਈ ਇਹ ਪਾਲਿਸੀ ਲੈ ਰਿਹਾ ਹੈ ਰਿਟਾਇਰਮੈਂਟ ਪਲੈਨਿੰਗ ਵਾਸਤੇ ਜਾਂ ਇਹ ਜਿਹੀਆਂ ਚੀਜ਼ਾਂ ਵਾਸਤੇ ਵੀ ਪੈਸਾ ਆ ਜਾਏਗਾ, ਤਾਂ ਮੈਂ ਜਿਵੇਂ ਪੀਕੇ ਜੀ ਕਹਿੰਦੇ ਨੇ ਨਾ, ਇਹ AAA ਪ੍ਰੋਜੈਕਟ ਹੈ, ਮੈਂ ਇਹਨੂੰ ਸੀ ਕਹਾਂਗਾ। AAA ਕੀ, A ਨਹੀਂ, A-B- C ਹੈ, ਅਗਰ ਤੁਸੀਂ ਇਹਨੂੰ ਉਹਦੇ ਵਾਸਤੇ ਲੈ ਰਹੇ ਹੋ। ਔਰ ਤੁਸੀਂ 100% ਸਹੀ ਹੋ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ, ਛੋਟਾ ਜਿਹਾ ਐਗਜ਼ਾਮਪਲ ਦੇ ਰਿਹਾ। ਅਗਰ ਮੈਂ ਅੱਜ ਦੀ ਡੇਟ 'ਚ ਕਿਸੇ ਨੂੰ ਵੀ ਇਹ ਪਾਲਿਸੀ ਦੇ ਦੇਵਾਂ, ਲੈਟਸ ਸੇ ਕਿ ਸਾਰੇ ਗੱਲ ਕਰ ਰਹੇ ਨੇ ਜਿਵੇਂ $1 ਮਿਲੀਅਨ ਦੀ ਪਾਲਿਸੀ ਲੈ ਲਓ ਜੀ, ਇਹ ਲੈ ਲਓ ਜੀ, ਉਹ ਲੈ ਲਓ, 500,000 ਉਹਦੇ 'ਚੋਂ ਤੁਹਾਨੂੰ ਮਿਲ ਜਾਏਗਾ, ਰਾਈਟ। ਇਹ ਬਹੁਤ ਚੱਲ ਰਿਹਾ ਹੈ ਮਾਰਕੀਟ 'ਚ। ਲੇਕਿਨ ਅਗਰ $1 ਮਿਲੀਅਨ ਦੀ ਤੁਸੀਂ ਪਾਲਿਸੀ ਲੈ ਰਹੇ ਹੋ, ਔਰ ਅੱਜ ਕੋਈ 40 ਸਾਲ ਦਾ ਬੰਦਾ ਹੈ, ਅਗਰ ਉਹ ਲੈ ਰਿਹਾ ਹੈ ਕਿ ਉਹ 20 ਸਾਲ ਪੇਮੈਂਟ ਕਰੇਗਾ, ਸਰ ਉਹਦਾ ਮੰਥਲੀ ਪੇਮੈਂਟ ਪਤਾ ਕਿੰਨੀ ਹੈ ਜੀ? $1,400। $1,400 ਦੇ ਹਿਸਾਬ ਨਾਲ ਤੁਸੀਂ ਕਿੰਨਾ ਦੇ ਦਿੱਤਾ 20 ਸਾਲਾਂ 'ਚ? ਲਗਭਗ ਅੱਧੇ ਤੋਂ ਜ਼ਿਆਦਾ ਤਾਂ ਤੁਸੀਂ ਦੇ ਦਿੱਤਾ। ਉਸ ਤੋਂ ਬਾਅਦ ਵੀ ਉਹ ਪਿਆ ਹੋਇਆ, ਔਰ 5 ਸਾਲ ਹੋਰ ਚੱਲੇਗਾ। ਉਸ ਤੋਂ ਬਾਅਦ ਤੁਸੀਂ 100% ਸਹੀ ਹੋ ਉਸ ਗੱਲ ਤੇ ਵੀ ਕਿ ਪੈਸਾ ਜਿਹੜਾ ਤੁਹਾਨੂੰ ਵਾਪਸ ਦੇ ਰਹੇ ਨੇ, ਉਹ $1 ਮਿਲੀਅਨ ਦੀ ਲਾਇਬਿਲਿਟੀ ਖਤਮ ਹੋ ਗਈ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਇੰਸ਼ੋਰੈਂਸ ਪਾਲਿਸੀ ਕੈਂਸਲ ਕਰਨੀ ਪੈ ਰਹੀ। ਔਰ ਹਲੇ ਮਜ਼ੇਦਾਰ ਚੀਜ਼ ਪਤਾ ਕੀ, ਹਲੇ ਹੋਰ ਚੀਜ਼ਾਂ ਦੱਸੀਆਂ ਜਾ ਰਹੀਆਂ। ਜਦੋਂ ਤੁਹਾਨੂੰ ਉਹ ਪੈਸਾ ਮਿਲੇ, ਸਰ ਉਹ ਟੈਕਸੇਬਲ ਵੀ ਤਾਂ ਹੈ, ਤੁਹਾਡੀ ਟੈਕਸ 'ਚ ਆ ਜਾਏਗਾ, ਇਨਕਮ 'ਚ ਆ ਜਾਏਗਾ।
ਜਿਹੜਾ ਤੁਸੀਂ ਸਰੈਂਡਰ ਵੈਲਿਊ ਉਹਦੇ ਚੋਂ ਠੀਕ ਹੈ ਕੁਝ ਜਿਹੜਾ ਤੁਸੀਂ ਪ੍ਰੀਮੀਅਮ ਦਿੱਤਾ ਹੈ ਉਹ NCPI ਦਾ ਕੈਲਕੂਲੇਸ਼ਨ ਹੁੰਦੀ ਹੈ, ਉਹਨੂੰ ਅਸੀਂ ਕੱਢ ਦਾਂਗੇ, ਲੇਕਿਨ ਬਾਕੀ ਜਿਹੜਾ ਹੈ ਉਹ ਤਾਂ ਤੁਹਾਡੀ ਇਨਕਮ ਚ ਆ ਜਾਏਗਾ, ਤੁਸੀਂ ਉਹਦੇ ਤੇ ਵੀ ਟੈਕਸ ਭਰਨਾ ਹੈ। ਸੋ ਬੇਸਿਕਲੀ ਜਿਹੜੀ ਐਵਰੇਜ ਨਿਕਲਦੀ ਪਈ, ਅਗਰ 45 ਸਾਲ ਦਾ ਬੰਦਾ ਹੈ, ਅਗਰ ਉਹ $1 ਮਿਲੀਅਨ ਦੀ ਪਾਲਿਸੀ ਲੈ ਰਿਹਾ ਹੈ ਤਾਂ ਐਵਰੇਜ ਪਤਾ ਕਿੰਨੀ ਨਿਕਲਦੀ ਪਈ ਹੈ ਸਰ? 2.5 ਤੋਂ 3% ਦੀ ਐਵਰੇਜ ਨਿਕਲਦੀ ਪਈ ਹੈ, ਉਹਦੇ ਤੇ ਵੀ ਉਹਨੂੰ ਟੈਕਸ ਹੋਣਾ ਹੈ ਉਸ ਤੋਂ ਬਾਅਦ। ਸੋ ਮੈਂ ਕਹਾਂਗਾ ਇਹ ਪਾਲਿਸੀ ਉਹਨਾਂ ਵਾਸਤੇ ਠੀਕ ਹੈ ਜਿਹੜੇ ਕਹਿੰਦੇ ਨੇ ਯਾਰ ਮੈਨੂੰ ਪਾਲਿਸੀ ਰੱਖਣੀ ਹੈ, ਜਿਹੜੇ ਕਹਿ ਰਹੇ ਨੇ ਕਿ ਮੈਨੂੰ ਇਹਦੇ ਚੋਂ ਪੈਸਾ ਕੱਢਣਾ ਹੈ। ਬਹੁਤ ਸਾਰੀਆਂ ਚੀਜ਼ਾਂ ਹੋਰ ਹੈਗੀਆਂ ਨੇ ਜਿਹੜੀਆਂ ਇਸ ਤੋਂ ਜ਼ਿਆਦਾ ਕਮਾ ਕੇ ਦੇ ਦੇਣਗੀਆਂ। ਤੁਸੀਂ ਮੈਨੂੰ ਦੇਖਿਆ, ਮੈਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦਾ। ਮੋਗਾ ਜੀ ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂ, ਇਹਦੇ ਉੱਤੇ ਇੱਕ ਲਾਈਨ ਦੱਸਾਂਗਾ ਸਿਰਫ। ਜਦ ਤੱਕ ਤੁਸੀਂ ਹੈਲਦੀ ਹੋ, ਪ੍ਰੀਮੀਅਮ ਦੇਣੇ ਜਾ ਰਹੇ ਹੋ, ਔਰ ਜਦ ਤੁਹਾਨੂੰ ਅਸਲੀ ਲੋੜ ਪੈਣ ਦੀ ਜ਼ਰੂਰਤ ਪੈ ਗਈ ਹੈ, ਤੁਸੀਂ ਪਾਲਿਸੀ ਕੈਂਸਲ ਕਰਕੇ ਅੱਧਾ ਪੈਸੇ ਲੈ ਕੇ ਘਰ ਬੈਠ ਗਏ। ਇਸ ਦਾ ਮੁਕਤਾ ਕੀ ਹੋਏਗੀ ਉਹ ਸਮਝਾ ਦਿਓ। 100% ਸਹੀ। ਬਿਲਕੁਲ ਠੀਕ ਹੈ ਜੀ, ਮੈਂ ਵੀ ਉਹੀ ਗੱਲ ਕਰ ਰਿਹਾ। ਇੰਸ਼ੋਰੈਂਸ ਕੰਪਨੀਆਂ ਦਾ ਇਹਦੇ ਤੇ ਬਿਲਕੁਲ ਬਹੁਤ ਜ਼ਿਆਦਾ ਪ੍ਰੋਫਿਟ ਹੈ ਜੀ। ਦੇਖੋ ਤੁਹਾਨੂੰ ਅੱਧਾ ਪੈਸਾ ਦੇਤਾ, ਰਿਟਰਨ ਪਹਿਲੇ ਘੱਟ ਦੇਤੀ, ਉੱਤੇ ਟੈਕਸ ਤੁਸੀਂ ਪੇ ਕਰ ਰਹੇ ਹੋ ਔਰ ਕੰਪਨੀਆਂ ਬਾਹਰ ਹੋ ਗਈਆਂ। ਔਰ ਜਦੋਂ ਸਾਨੂੰ ਸਭ ਤੋਂ ਜ਼ਿਆਦਾ ਪੀਕੇ ਦੀ ਜ਼ਰੂਰਤ ਹੈ ਐਟ ਦ ਏਜ ਆਫ 65, ਉਦੋਂ ਕੰਪਨੀਆਂ ਬਾਹਰ ਹੋ ਰਹੀਆਂ। ਤੇ ਮੰਗੂਗਾ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਏਜ ਫੈਕਟਰ ਲਈ ਇਹ ਪਾਲਿਸੀ ਸੂਟੇਬਲ ਹੈਗੀ ਆ। ਇਹ ਮੇਰਾ ਮੰਨਣਾ, ਬਾਕੀ ਤੁਹਾਨੂੰ ਪਤਾ ਹੈ। ਤੇ ਮੈਨੂੰ ਤੇ ਜਿਹੜੀ ਇਹ ਪਾਲਿਸੀ ਹੈ ਵਿਨ ਵਿਨ ਸਿਚੁਏਸ਼ਨ ਸਿਰਫ ਇੰਸ਼ੋਰੈਂਸ ਕੰਪਨੀਆਂ ਦੀ ਲੱਗ ਰਹੀ ਹੈ, ਕਲਾਇੰਟ ਦੀ ਕੋਈ ਨਹੀਂ ਲੱਗ ਰਹੀ। ਥੈਂਕ ਯੂ ਮੰਗਾ ਸਾਹਿਬ। ਥੈਂਕ ਯੂ ਸਰ, ਥੈਂਕ ਯੂ। ਵੈਸੇ ਦੇਖਿਆ ਜਾਵੇ ਨਾ, ਦੇਖੋ ਹੁਣ 45 ਸਾਲ ਦੀ ਪੀਕੇ ਦੀ ਮੈਂ ਕੈਲਕੂਲੇਸ਼ਨ ਦੱਸਾਂ, ਜਿਵੇਂ 20 ਸਾਲ ਪੇਮੈਂਟ ਕਰਨੀ ਹੁੰਦੀ ਹੈ $1 ਮਿਲੀਅਨ ਦੀ ਪਾਲਿਸੀ, 20 ਸਾਲ ਪੇਮੈਂਟ ਕਰਨ ਵਾਸਤੇ ਤੁਹਾਨੂੰ ਮੰਥਲੀ ਕਿਸ਼ਤ ਜਿਹੜੀ ਬਣਦੀ ਪਈ ਹੈ $1772 ਦੀ ਬਣਦੀ ਪਈ ਅਗਰ 45 ਸਾਲ ਦਾ। ਸੋ ਮਤਲਬ 20 ਸਾਲਾਂ ਚ 4.25 ਲੱਖ ਸਿਰਫ ਤੁਸੀਂ ਦੇ ਜਾ ਰਹੇ ਹੋ, ਤੁਹਾਨੂੰ 5 ਮਿਲਣਾ। ਸੋ ਕੀ ਬਣਾਇਆ ਤੁਸੀਂ, ਕੀ ਖੱਟਿਆ ਤੁਸੀਂ ਅਗਰ ਕਿਤੇ ਹੋਰ ਇਨਵੈਸਟ ਕੀਤਾ ਹੁੰਦਾ ਤਾਂ ਉਹ ਪੈਸਾ ਡਬਲ ਹੋ ਚੁੱਕਿਆ ਹੁੰਦਾ, ਮਿਲੀਅਨ ਬਣ ਚੁੱਕਿਆ ਹੁੰਦਾ। ਪੰਕਜ ਜੀ ਇਹ ਸੇਮ ਅਮਾਊਂਟ ਮੈਂ ਤੁਹਾਨੂੰ ਦੇ ਦਾਂ ਨਾ ਐਟ ਦ ਏਜ ਆਫ 65, ਤੁਸੀਂ ਡਬਲ ਦਾ ਟ੍ਰਿਪਲ ਕਰ ਦੋਗੇ, ਮੈਂ ਗਰੰਟੀ ਦਿੰਦਾ ਵਾਂ, ਇੰਸਟੈਡ ਆਫ ਇੱਥੇ ਪੈਸਾ ਲਾਉਣ ਦੇ। ਥੈਂਕ ਯੂ ਜੀ। ਹੋ ਜਾਏਗੀ ਸਰ। ਮੈਂ ਐਸੇ ਵਾਸਤੇ ਇਸ ਪਾਲਿਸੀ ਨੂੰ ਪ੍ਰਮੋਟ ਨਹੀਂ ਕੀਤਾ ਹਲੇ ਵੀ ਨਹੀਂ ਨਾ। ਮੈਂ ਸਿਰਫ ਕੌਸ਼ਨ ਕਰ ਰਿਹਾ ਵੀ ਠੀਕ ਹੈ ਸੋਚ ਸਮਝ ਕੇ ਕਰੋ, ਲੇਕਿਨ ਇਹ ਪਾਲਿਸੀ ਮੈਂ ਪ੍ਰਮੋਟ ਨਹੀਂ ਕਰ ਰਿਹਾ ਕਿਉਂਕਿ ਮੇਰਾ ਇੱਥੇ ਜਿਹੜਾ ਦਿਲ ਹੈ ਨਾ ਉਹ ਮੰਨਦਾ ਨਹੀਂ ਪਿਆ ਮੈਨੂੰ। ਮੈਂ ਇਹ ਚੀਜ਼ਾਂ ਉਸ ਤਰ੍ਹਾਂ ਨਹੀਂ ਵੇਚਣਾ ਚਾਹੁੰਦਾ ਜਿਸ ਤਰ੍ਹਾਂ ਬਾਕੀ ਵੇਚ ਲੈਂਦੇ ਨੇ, ਪਤਾ ਨਹੀਂ ਆਪਦਾ ਜ਼ਮੀਰ ਮਾਰ ਕੇ। ਮੈਂ ਆਪਦਾ ਜ਼ਮੀਰ ਨਹੀਂ ਮਾਰ ਸਕਦਾ, ਤਾਂ ਮੈਂ ਨਹੀਂ ਵੇਚ। ਜੀ ਠੀਕ ਹੈ ਜੀ। ਹਾਂਜੀ ਹਾਂਜੀ, ਸਮੇਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਜੀ। ਠੀਕ ਹੈ ਜੀ, ਜਾਣ ਤੋਂ ਪਹਿਲਾਂ ਕੋਈ ਵੀ ਚੀਜ਼ ਅਨਾਉਂਸਮੈਂਟ ਜੀ ਮੈਂ ਦੱਸਣਾ ਚਾਹੁੰਦਾ ਸੀਗਾ 8 Elm, ਮੈਂ ਪਿਛਲੇ ਸ਼ੋਅ ਦੀ ਗੱਲ ਕੀਤੀ ਸੀ। ਆਈ ਐਮ ਵੈਰੀ ਮਚ ਐਕਸਾਈਟਿਡ ਐਂਡ ਬਹੁਤ ਮੈਨੂੰ ਇਸ ਵਕਤ ਜੋਸ਼ ਨਾਲ ਮੈਂ ਕਹਿ ਰਿਹਾ ਕਿ 24 ਤਰੀਕ ਨੂੰ ਇਹਦੀ ਲਾਂਚਿੰਗ ਹੈ ਸ਼ਾਮੀ evening, Ritz Carlton ਹੋਟਲ ਦੇ ਅੰਦਰ। few of the agents are going there। ਬਹੁਤ ਸਾਰੀ ਡਿਟੇਲ ਆ ਗਈ ਨੇ ਸਾਡੇ ਕੋਲ। Spring 2027 ਦੀ ਕਲੋਜ਼ਿੰਗ। ਔਰ ਮਜ਼ੇਦਾਰ ਗੱਲ ਹੈਗਾ Eaton Central, Young and Dundas, nobody can deny the location। ਔਰ ਇਹਦੀ ਲਾਂਚਿੰਗ ਹੋ ਰਹੀ ਹੈ, ਇਹਦੇ ਵਾਸਤੇ ਬਿਲਕੁਲ ਬੀ ਇਨ ਟੱਚ ਵਿਦ ਅਸ, ਤੁਹਾਨੂੰ ਅਸੀਂ ਸਭ ਕੁਝ ਨਾਲ ਦੱਸਦੇ ਰਹਾਂਗੇ। ਔਰ we'll be doing also an open house for that। 69 story ਦੀ ਬਿਲਡਿੰਗ ਹੈ, very high end building with 29,000 square foot amenities and everything। ਜ਼ਿਆਦਾ ਡਿਟੇਲ ਤੇ ਜਾਣ ਦੀ ਬਜਾਏ 8 Elm ਨੂੰ ਯਾਦ ਰੱਖੋ ਔਰ ਟੀਮ ਸਬਰਵਾਲ ਨੂੰ ਯਾਦ ਰੱਖੋ। 6472994757 6472994757 or you can visit teamsabarwal.com। Thank you sir, thank you very much।